Savarji ki fateh. Whoever so joins later can come in later though. So we have been discussing the podies of Japji in a chronological order, which they number ਪਹਿਲੀਆਂ 6 ਪੌੜੀਆਂ ਜਿਹੜੀਆਂ ਹਨ ਉਹ ਅਸੀਂ ਡਿਸਕਸ ਕਰ ਆਏ ਹਾਂ ਤੇ ਹੁਣ obviously we are on the 7th one today and we're going to continue discussing Japji until something else comes up in my mind though. But I would like to ask one more time ਕਿ ਕੋਈ ਪਹਿਲੀਆਂ 6 ਪੌੜੀਆਂ ਦੇ ਵਿੱਚ ਕੋਈ ਇਸ਼ੂ ਹੋਵੇ ਜਾਂ ਕੋਈ ਚੀਜ਼ ਨਾ ਸਮਝ ਆਈ ਹੋਵੇ ਤੇ ਉਸਨੂੰ ਜ਼ਰੂਰ ਤੁਸੀਂ ਪੁੱਛ ਲਓ. One of the suggestions I have though is that if you really want to have a truly a long-term memory, a long-term ਇਹਦਾ benefit ਚਾਹੀਦਾ ਨਾ ਅਗਰ in our classes ਦਾ ਤੇ ਮੇਰੀ ਬੜੀ ਇੱਕ strong suggestion ਹੈ ਕਿ ਇੱਕ ਨੋਟਬੁੱਕ ਵਿੱਚ ਇੱਕ ਪੌੜੀ ਦਾ ਸਾਰ ਜ਼ਰੂਰ ਲਿਖੋ ਤੁਸੀਂ ਆਪਣੇ ਵਾਸਤੇ. ਮੈਂ ਤੇ ਲਿਖਿਆ ਹੋਇਆ ਬੜੀ ਵਾਰੀ ਆਪਣੇ ਵਾਸਤੇ ਬਟ ਇੱਕ ਪੌੜੀ ਦੀ ਆਊਟਲਾਈਨ ਜ਼ਰੂਰ ਬਣਾਓ. ਫॉर ਐਗਜ਼ਾਮਪਲ ਪਹਿਲੀ ਪੌੜੀ ਦਾ ਸੰਦੇਸ਼ ਕੀ ਹੈ, ਪਹਿਲੀ ਪੌੜੀ ਦਾ ਸਾਰ ਕੀ ਹੈ, ਪਹਿਲੀ ਪੌੜੀ ਦਾ ਦੂਸਰੀ ਦਾ ਕੀ ਹੈ ਔਰ ਉਸਨੂੰ ਆਪਣੀ ਨੋਟਬੁੱਕ ਵਿੱਚ ਆਪਣੀ ਲੈਂਗੁਏਜ ਵਿੱਚ ਕਨੈਕਟ ਕਰੋ ਪੌੜੀ ਨੰਬਰ 1 ਟੂ ਪੌੜੀ ਨੰਬਰ 2 ਨਾਲ. ਫਿਰ ਦੇਖੋ ਕਿ ਤੀਸਰੀ ਪੌੜੀ ਦਾ ਸਾਰ ਕੀ ਹੈ ਉਹਦਾ ਤੇ ਉਹਦੀ ਪੌੜੀ ਨੰਬਰ 2 ਦੀ ਥਾਟ ਪ੍ਰੋਸੈਸ ਨਾਲ ਉਸਨੂੰ ਕਨੈਕਟ ਕਰੋ ਵੀ ਕਿੱਥੇ ਜਾ ਰਹੀ ਹੈ ਥਾਟ ਪ੍ਰੋਸੈਸ. ਸਾਰੇ ਨਹੀਂ ਕਰਨਗੇ, ਆਈ ਨੋ ਦੈਟ ਮਿਹਨਤ ਵਾਲਾ ਕੰਮ ਹੈ ਬਹੁਤ ਹੈ ਪਰ ਜੇ ਕਰੋਗੇ ਨਾ ਜੇ ਤੁਸੀਂ ਕਰੋਗੇ ਇਹ ਸਟੈਪ ਲਵੋਗੇ ਅਗਰ ਤੇ ਤੁਹਾਨੂੰ ਮਹਿਸੂਸ ਹੋਏਗਾ if you start reading your own writings again and again ਤੁਸੀਂ ਆਪਣੇ ਤੁਹਾਨੂੰ ਬੈਟਰ ਇੱਕ overall understanding ਤੇ ਇੱਕ deeper understanding subject matter ਦੀ ਸ਼ੁਰੂ ਹੋ ਜਾਏਗੀ ਤੁਹਾਨੂੰ ਜਿਹੜੀ ਪਹਿਲੇ ਕਦੀ ਨਹੀਂ ਹੋਈ ਸੀ. ਫਿਰ ਗੁਰਬਾਣੀ ਦਾ ਕੀਰਤਨ ਸੁਣਦਿਆਂ ਜਾਂ ਕਿਸੇ ਹੋਰ ਗੱਲ ਸੁਣਦਿਆਂ ਤੁਸੀਂ ਕਨੈਕਟ ਕਰ ਪਾਓਗੇ ਉਸ ਜਪਜੀ ਦੀਆਂ ਪੌੜੀਆਂ ਨਾਲ. oh yeah, this makes sense, ਜਪਜੀ ਵਿੱਚ ਇਸ ਪੌੜੀ ਵਿੱਚ ਇਹ ਗੱਲ ਆਈ ਹੈ. ਹੈ ਮਿਹਨਤ ਵਾਲਾ ਕੰਮ ਹੈ. ਸੋ ਪਹਿਲੇ ਤੇ ਨੋਟਸ ਲਿਖੇ ਫਿਰ ਉਸਨੂੰ ਕਲਾਸ ਖਤਮ ਹੋਣ ਤੋਂ ਬਾਅਦ ਜਿਹੜੇ 6 ਦਿਨ ਹੁੰਦੇ ਨੇ ਵਿਚਕਾਰ ਉਹਨਾਂ 6 ਦਿਨਾਂ ਵਿੱਚ ਉਸ ਪੌੜੀ ਦੀ ਇੱਕ ਵੈਰੀ ਸਿੰਪਲ 7-8 ਲਾਈਨਾਂ ਦੀ ਆਊਟਲਾਈਨ ਜੀ ਬਣਾਏ ਉਹਦੇ ਚ ਦੱਸੇ ਕਿ ਸੋ ਫॉर ਐਗਜ਼ਾਮਪਲ ਪੌੜੀ ਨੰਬਰ 6 ਦੀ ਆਊਟਲਾਈਨ ਬਣਾਏ ਕਿ ਤੀਰਥ ਕੀ ਹੈ, ਕਿਉਂ ਤੀਰਥਾਂ ਦੀ ਗੱਲ ਕੀਤੀ ਹੈ ਉੱਥੇ, ਤੀਰਥ ਦੀ ਕੀ ਇੰਪੋਰਟੈਂਸ ਹੈ, ਗੁਰਮਤ ਵਿੱਚ ਕੀ ਹੈ ਇੰਪੋਰਟੈਂਸ ਇਨ ਐਵਰੀਥਿੰਗ ਤੇ ਕਿਉਂ ਗੱਲ ਆਈ ਹੈ, ਕਿਹੜੀ ਗੱਲ ਆਈ ਹੈ ਉੱਥੇ ਸੋ ਜੇ ਤੁਸੀਂ ਕਰੋਗੇ ਤੇ ਜ਼ਿਆਦਾ ਫਾਇਦਾ ਹੋਏਗਾ ਤੁਹਾਨੂੰ ਬਿਕਾਜ਼ ਦੈਨ ਵਾਟ ਵੁੱਡ ਹੈਪਨ ਇਜ਼ ਦੋ ਕਿ ਤੁਹਾਨੂੰ ਆਪਣੀ ਖੁਦ ਦੀ ਅੰਡਰਸਟੈਂਡਿੰਗ ਬੈਟਰ ਹੋ ਜਾਏਗੀ ਨਾ ਜਪਜੀ ਦੀ ਪੌੜੀਆਂ ਦੀ ਐਂਡ ਯੂ ਵਿਲ ਬੀ ਏਬਲ ਟੂ ਈਵਨ ਟੀਚ ਸਮਬਡੀ ਔਰ at least talk about it with somebody in a more logical way. Hanji, any questions though so far though or anything like that before we delve into number 7? ਵਰਿੰਦਰ ਜੀ ਤੁਸੀਂ ਇੱਕ ਗੱਲ ਕਹੀ ਸੀ ਪਿਛਲੀ ਵਾਰੀ ਕਿ ਪਰਮਾਤਮਾ ਨਾਲ ਪਿਆਰ ਕਰੇ, ਗੁਰਬਾਣੀ ਦੇ ਥਰੂ ਵਿਚਾਰ ਕਰੇ. ਕਿਉਂਕਿ ਗੁਰਬਾਣੀ ਪ੍ਰੇਰਣਾ ਕਰਦੀ ਹੈ, ਪ੍ਰੇਰਣਾ ਮਿਲੇਗੀ ਤੁਹਾਨੂੰ. ਪ੍ਰੇਰਿਤ ਹੋਣਾ ਬੜਾ ਹੀ ਕ੍ਰਿਟੀਕਲ ਹੈ ਸੁਮੀਤ ਜੀ. ਬਗੈਰ ਪ੍ਰੇਰਣਾ ਤੋਂ ਬੜਾ ਮੁਸ਼ਕਿਲ. ਦੇਖੋ ਇੱਕ ਅੱਛਾ ਟੀਚਰ ਹੋਵੇਗਾ ਤੇ ਉਹ ਕਈ ਵਾਰੀ ਬੰਦਾ ਸਕੂਲ ਜਾਂਦਾ ਤੇ 5 ਸਬਜੈਕਟ ਵਿੱਚੋਂ 3 ਬੜੇ ਅੱਛੇ ਲੱਗਦੇ ਨੇ, 2 ਨਹੀਂ ਅੱਛੇ ਲੱਗ ਪਾਉਂਦੇ ਹਨ. the reason might be because ਉਹ 3 ਸਬਜੈਕਟ ਦੀ ਟੀਚਰ ਜਿਹੜੀ ਹੈ ਬਹੁਤ ਪ੍ਰੇਰਿਤ ਹੋਵੇ ਟੀਚਰ, ਉਹ ਇੰਟਰਸਟਿਡ, ਉਹ ਜੋ ਖੁਦ ਇੰਟਰਸਟਿਡ ਨਹੀਂ ਹੋਏਗੀ ਟੀਚਰ ਜਾਂ ਹੋਏਗਾ ਤੇ ਉਹ ਸਟੂਡੈਂਟ ਪ੍ਰੇਰਿਤ ਨਹੀਂ ਹੋਣਗੇ. ਤੇ ਸਿੱਖ ਦਾ ਕੰਮ ਹੈ ਗੁਰਬਾਣੀ ਨਾਲ ਕਿਉਂਕਿ ਗੁਰੂ ਹੈ ਸ਼ਬਦ ਹੈ, ਉਹਦੇ ਸ਼ਬਦ ਦੇ ਅੰਤਰਲਾ ਭਾਵ ਤੇ ਉਸ ਜੇ ਭਾਵ ਜੇ ਉਹ ਬਾਰ-ਬਾਰ ਉਹਨਾਂ ਭਾਵਾਂ ਨੂੰ ਪੜ੍ਹੇਗਾ ਜਾਂ ਉਹਨਾਂ ਨਾਲ ਉੱਠੇ ਬੈਠੇਗਾ ਜਿਹੜਾ ਨੇ ਆਲਰੇਡੀ ਉਹ ਸ਼ਬਦ ਭਾਵ ਪੜ੍ਹੇ ਹੋਏ ਹਨ, ਪ੍ਰਮਾਤਮਾ ਲੱਗਣ ਦੀ ਕੋਸ਼ਿਸ਼ ਕਰਦੇ ਪਏ ਨੇ, ਭਾਵ ਸਤਸੰਗਤ ਵਿੱਚ ਜਾਏਗਾ ਜਾਂ ਜੁੜੀਆਂ ਹੋਈਆਂ ਦੀ ਸੰਗਤ ਵਿੱਚ ਜਾਏਗਾ ਤੇ ਪ੍ਰੇਰਿਤ ਹੁੰਦਾ ਉੱਥੋਂ ਬੰਦਾ. ਪ੍ਰੇਰਣਾ ਬੜੀ ਇੰਪੋਰਟੈਂਟ ਹੈ. ਭਾਈ ਲਹਿਣਾ ਗਏ ਗੁਰੂ ਨਾਨਕ ਕੋਲ ਤੇ ਪ੍ਰੇਰਿਤ ਹੋਏ, ਉਹਨਾਂ ਕੋਲੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਅੱਗੇ ਫਿਰ ਅੰਗਦ ਬਣੇ. ਤੇ ਗੁਰੂ ਅਮਰਦਾਸ ਪਾਤਸ਼ਾਹ ਜੀਵਨ ਨੂੰ ਲੈ ਲਓ, ਉਹ ਇਤਨੀ ਵੱਡੀ ਉਮਰ ਵਿੱਚ ਜਾ ਕੇ ਉੱਥੇ ਰਹੇ ਗੁਰੂ ਅੰਗਦ ਦੇਵ ਜੀ ਕੋਲ ਤੇ ਉੱਥੇ ਪ੍ਰੇਰਿਤ ਹੋਏ, ਬੜਾ ਪ੍ਰਭਾਵਿਤ ਹੋਏ ਉਹਨਾਂ ਤੋਂ ਬਹੁਤ ਜ਼ਿਆਦਾ. ਸੋ ਇਹ ਜਿਹੜੇ ਗੁਰੂ ਜਨ ਹਨ, ਗੁਰਬਾਣੀ ਹੈ ਜਿਹੜੀ ਇਹ ਪ੍ਰੇਰਣਾ ਕਰਦੀ ਹੈ ਬਹੁਤ ਜ਼ਿਆਦਾ. ਸੋ ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਦੇ ਵਰਕਸ ਬੜੇ ਪ੍ਰੇਰਿਤ ਵਰਕ ਹਨ ਸਾਰੇ. ਸੰਥਿਆ ਪੜ੍ਹਨ ਨਾਲ ਬਾਰ-ਬਾਰ ਜਪਜੀ ਦੀ ਉਹਨਾਂ ਵਿਆਖਿਆ ਉਹਨਾਂ ਦੀ ਬਾਰ-ਬਾਰ ਪੜ੍ਹਨ ਨਾਲ
ਤੁਹਾਡੇ ਮਨ ਵਿੱਚ ਉਹਨਾਂ ਵਰਗਾ ਬਣਨ ਦਾ ਸ਼ੌਕ ਪੈਦਾ ਹੋ ਜਾਂਦਾ ਹੈ। ਇਹ ਇੱਕ ਨੈਚੁਰਲ ਪ੍ਰੋਸੈਸ ਹੈ ਸਾਰਾ। ਸੋ ਇਸ ਵਾਸਤੇ ਪ੍ਰਮਾਤਮਾ ਦਾ ਪਿਆਰ ਉਜਰੇਗਾ ਉਹਨਾਂ ਦੇ ਵਿੱਚ ਜਿਹੜੇ ਰਾਈਟ ਜਗ੍ਹਾ ਤੋਂ ਪ੍ਰੇਰਣਾ ਲੈਂਦੇ ਹਨ। I hope I made sense what I said. You did. Yeah. Thank you. So Beautiful. ਜੇ ਪ੍ਰੇਰਣਾ ਇੱਥੋਂ ਕਲਾਸ ਤੋਂ ਪ੍ਰੇਰਣਾ ਮਿਲੀ ਹੈ ਜਾਂ ਕਿੱਥੇ ਵੀ ਜਾ ਕੇ ਪ੍ਰੇਰਣਾ ਮਿਲੀ ਹੈ ਤਾਂ ਉਸ ਪ੍ਰੇਰਣਾ ਨੂੰ ਤੁਸੀਂ ਜ਼ਰੂਰ ਡਾਕੂਮੈਂਟ ਕਰੋ। ਮੈਂ ਤੇ ਕਰਦਾ ਹਮੇਸ਼ਾ। ਮੇਰੇ ਕੋਲ ਨੋਟਸ, ਮੇਰੇ ਪੁਰਾਣੇ ਨੋਟਸ ਜਿਹੜੇ 20-25 ਸਾਲ ਪੁਰਾਣੇ ਨੋਟਸ ਪਏ ਹੋਏ ਹਨ ਜਿਹੜੇ ਹਲੇ ਵੀ ਲਿਖੇ ਹੋਏ। ਪ੍ਰੇਰਣਾ ਨੂੰ ਡਾਕੂਮੈਂਟ ਕਿਵੇਂ ਕਰਦੇ ਹੋ? ਹਾਂਜੀ, ਪ੍ਰੇਰਣਾ ਨੂੰ ਡਾਕੂਮੈਂਟ ਕਿਵੇਂ ਫੋਰ ਕਰਦੇ ਹੋ? ਐਗਜ਼ਾਮਪਲ ਅਗਰ ਹੁਣ ਅੱਜ ਦੀ ਪੌੜੀ ਜਿਹੜੀ ਡਿਸਕਸ ਕਰਨ ਜਾ ਰਹੀ ਹੈ, ਜਿਹੜੀ ਇਸ ਪੌੜੀ ਦਾ ਤੁਸੀਂ ਸਮਝ ਜਦੋਂ ਆ ਜਾਏ ਤੁਹਾਨੂੰ, ਤੇ ਉਸ ਸਮਝ ਅਨੁਸਾਰ ਉਹਦੀ ਇੱਕ ਛੋਟੀ ਜੀ ਇੱਕ ਪੇਜ ਦੀ ਬੰਦਾ ਆਊਟਲਾਈਨ ਬਣਾ ਸਕਦਾ। ਫਿਰ ਉਸ ਆਊਟਲਾਈਨ ਤੋਂ ਇੱਕ ਫਾਈਨਲ ਆਊਟਲਾਈਨ ਬਣਾ ਸਕਦਾ, ਲਿਖ ਸਕਦਾ ਆਪਣੇ ਵਾਸਤੇ, ਤਾਂ ਕਿ 5 ਸਾਲਾਂ ਬਾਅਦ ਵੀ ਅਗਰ ਕੋਈ ਇਸ਼ੂ ਆ ਜਾਏ, ਨਾ ਸਮਝ ਆਏ, ਤਾਂ ਫਟਾਫਟ ਆਪਣੀ ਆਊਟਲਾਈਨ ਨੂੰ ਦੇਖੇ ਤਾਂ ਸਮਝ ਆ ਜਾਏਗੀ ਸਾਰੀ ਗੱਲ ਵੀ ਹਾਂ ਇਹ ਗੱਲ ਹੋਈ ਸੀ। ਸੋ ਇਹ ਫਿਰ ਹੁਣ ਹੈ ਮਿਹਨਤ ਵਾਲਾ ਕੰਮ ਥੋੜਾ ਜਿਹਾ, ਜਾਂ ਸੋ ਕਰਨਾ ਪੈਂਦਾ ਹੈ, ਲਿਖਣਾ ਪੈਂਦਾ ਹੈ, ਥੋੜਾ ਜਿਹਾ ਲਿਖਿਤ ਰੂਪ ਵਿੱਚ ਹੋਵੇ ਤੇ ਬੈਟਰ ਰਹਿੰਦਾ, ਇਜ਼ ਵਾਟ ਆਈ ਫੀਲ। ਸੋ ਨੈਕਸਟ ਜਿਹੜੀ ਪੌੜੀ ਹੈ ਨੰਬਰ 7, ਦੇਖੋ 3 ਪੌੜੀਆਂ, 2 ਜਿਹੜੀਆਂ ਪੌੜੀਆਂ ਪਹਿਲੇ ਆਈਆਂ, ਪਹਿਲੇ ਵਿੱਚ ਸੀ ਕਿ ਮੂਰਤੀ ਪੂਜਾ ਦੇ ਉੱਤੇ ਨਾ ਥਾਪਿਆ ਨਹੀਂ ਜਾ ਸਕਦਾ, ਪ੍ਰਮਾਤਮਾ ਇੱਕ ਜਗ੍ਹਾ ਐਸਟੈਬਲਿਸ਼ ਨਹੀਂ ਕੀਤਾ ਜਾ ਸਕਦਾ। ਉਸ ਤੋਂ ਅਗਲੀ ਪੌੜੀ ਵੀ ਤੀਰਥਾਂ ਦੀ ਗੱਲ ਆਈ। ਇਹ ਸਾਰੀਆਂ ਗੱਲਾਂ ਜਿਹੜੀਆਂ ਉਸ ਵੇਲੇ ਦੀਆਂ ਸਨਾਤਨੀ ਧਰਮ, ਹਿੰਦੂਇਜ਼ਮ ਦੀ ਜਿਹੜੀਆਂ ਉਹਨਾਂ ਦੀ ਫਿਲਾਸਫੀ ਨੂੰ ਜਿਹੜਾ ਹੈ ਉਹ ਖੰਡਿਤ ਕਰਦੇ ਹਨ ਮਹਾਰਾਜ। ਤੇ ਹੁਣ ਤੀਸਰੀ ਗੱਲ ਤੇ ਆਉਂਦੇ ਹਨ, ਉਹ ਹੈ 2 ਗੱਲਾਂ ਦੀ, ਇੱਕ ਕਰਮ ਯੋਗ ਤੇ ਇੱਕ ਹਠ ਯੋਗ। ਕੀ ਹਨ 2 ਗੱਲਾਂ? let me just explain you what that is. ਕਰਮ ਯੋਗ ਇਹ ਹੈ, ਜਾਂ ਜਿਹੜਾ ਯੋਗੀਆਂ ਦਾ ਯੋਗ ਇਹ ਹੈ ਕਿ ਕਰਮ ਕਰੋ ਤੁਸੀਂ ਅੱਛੇ, ਸਿਰਫ you do good deeds and leave the rest, ਭਗਤੀ ਕਰਨ ਦੀ ਲੋੜ ਨਹੀਂ, ਜਾਂ ਨਾ ਕਰੋ ਤਾਂ ਵੀ ਚੱਲ ਜਾਏਗਾ, ਕਰਮ ਤੁਹਾਡੇ ਅੱਛੇ ਹੋਣੇ ਚਾਹੀਦੇ ਨੇ ਤੁਹਾਡੇ। ਹਠ ਯੋਗ ਦਾ ਇਹ ਹੈ ਕਿ ਘਰ-ਬਾਰ ਛੋੜ ਕੇ ਤੇ ਯੋਗ ਵਿਦਿਆ ਵਿੱਚ ਜਾ ਕੇ ਤੇ ਹਠੀ ਬਣ ਜਾਏ, ਤਪ ਕਰੇ, ਫਿਰ ਪੁੱਠਾ ਲਟਕੇ ਜਾਂ whatever it is, ਗੁਣ ਇਕੱਠੇ ਕਰੇ, ਪੜ੍ਹ ਲਿਖ ਜਾਏ ਬਹੁਤ ਜ਼ਿਆਦਾ, ਵਿਦਿਆ ਬੜੀ ਪ੍ਰਾਪਤ ਕਰ ਲਏ। ਤੇ ਇੱਥੇ ਅਨਫੋਰਚੂਨੇਟਲੀ ਗੁਰੂ ਨਾਨਕ ਦੇਵ ਜੀ ਦਾ ਰਸਤਾ ਉਹ ਰਸਤਾ ਨਹੀਂ ਹੈ। ਇਸ ਪੌੜੀ ਵਿੱਚ ਬਹੁਤ ਕਲੈਰਿਟੀ ਹੈ ਕਿ ਉਸ ਮਾਰਗ ਨੂੰ ਖੰਡਿਤ ਕੀਤਾ ਉਹਨਾਂ ਨੇ। So let me just take a step back here, ਇਹ ਬੜੇ ਬੰਦੇ ਕਲਾਸ ਚ ਬੜੇ ਹੁੰਦੇ ਆ ਕੇ ਪੁੱਛਦੇ ਸਨ ਮੈਨੂੰ, KCF ਜਦੋਂ ਔਨ ਲਾਈਵ ਜਦੋਂ ਕਲਾਸਿਸ ਹੁੰਦੀਆਂ ਸਨ ਤੇ ਇਹ ਬੜਾ ਕਾਮਨ ਹੁੰਦਾ ਸੀ ਜੀ, ਪ੍ਰਮਾਤਮਾ ਦੀ ਭਗਤੀ ਕਰਨ ਦੀ ਕੀ ਲੋੜ ਹੈ, ਕੀਰਤਨ ਸਿੱਖਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ? All you got to do is be a nice human being. If you're a nice human being, then you're done. That is true. Part of it is right. You have to be a nice human being too. That's the first step towards spirituality. There's no question about that. But being a nice human being, being a very well educated human being is not enough Guru Nanak Dev Ji de raste vich. So ਇਸ ਗੱਲ ਦੀ ਕਲੈਰਿਟੀ ਇਸ ਪੌੜੀ ਨੰਬਰ 7 ਵਿੱਚ ਹੋਏਗੀ ਕਿ ਬੰਦਾ ਚੰਗੇ ਤੋਂ ਚੰਗਾ ਗੁਣਵਾਨ ਕਿਉਂ ਨਾ ਹੋ ਜਾਵੇ। ਹਾਂਜੀ, ਤੇ ਹਠ ਯੋਗ ਕਰਕੇ ਆਪਣੀ ਉਮਰਾਂ ਵਧਾ ਲਵੇ। ਕਰਦੇ ਸਨ ਯੋਗੀ ਪਹਿਲੇ 500 ਸਾਲ, 400 ਸਾਲ, 300 ਸਾਲ ਸਵਾਸ ਆਪਣੇ ਰੋਕ ਕੇ। ਹੁਣ ਕਈ ਲੋਕ ਨਹੀਂ ਮੰਨਦੇ ਉਸ ਗੱਲ ਨੂੰ, that is, ਕਈ ਹਾਲੇ ਵੀ ਹੋਣਗੇ ਯੋਗੀ ਜਿਹੜੇ ਹਿਮਾਲਯ ਦੀ ਪਰਬਤਾਂ 'ਚ ਬੈਠੇ ਹੋਏ, ਗੁਫਾ 'ਚ ਬੈਠੇ ਹੋਏ ਤਪ ਕਰਦੇ ਹਨ, ਜਿਹੜੇ ਕਈ ਵਾਰੀ ਖਬਰ ਆਉਂਦੀ ਉਹਨਾਂ ਦੀ ਉਮਰ ਬੜੀ ਵੱਡੀ ਹੁੰਦੀ ਉਹਨਾਂ ਦੀ। ਤੇ ਇਹ ਜੇ ਉਮਰਾਂ ਵਧਾ ਲਵੇ, ਤਪ ਕਰ ਲਵੇ ਤੇ ਕਰਕੇ ਸਿਆਣਾ ਬਣ ਜਾਏ, ਬੜਾ ਵੱਡੇ ਤੋਂ ਵੱਡੀਆਂ ਡਿਗਰੀਆਂ ਹਾਸਲ ਕਰ ਲਏ, ਵੱਡੇ ਤੋਂ ਵੱਡਾ ਸਿਆਣਾ ਬਣ ਜਾਏ, ਉਹਨਾਂ ਵੱਡਾ ਇਤਨਾ ਵੱਡਾ ਸਿਆਣਾ ਬਣ ਜਾਏ ਕਿ ਆਮ ਆਦਮੀ ਉਹਦੇ ਪਿੱਛੇ ਲੱਗਣੇ ਸ਼ੁਰੂ ਹੋ ਜਾਣ, ਮਨੇ ਉਹ ਆਗੂ ਹੋ ਜਾਵੇ ਸਿਆਣਿਆਂ ਦਾ, ਸਿਆਣਿਆਂ ਤੋਂ ਵੱਡਾ ਸਿਆਣਾ ਹੋ ਜਾਵੇ, ਹਰ ਜਗ੍ਹਾ ਗੁਰਮਤਿ ਦੇ ਹਰ ਫੋਰਮ ਵਿੱਚ ਜਾ ਕੇ ਬੋਲੇ। ਮੇਰੇ ਵਰਗੇ ਸਮਝਣ ਜਿਹੜੇ ਹਰ ਹਫ਼ਤੇ ਜਿਹੜੀ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਕਿ ਉਹ ਸਾਰੇ ਜਪਜੀ ਦੇ ਟੀਕੇ 50 ਜਪਜੀ ਦੇ ਟੀਕੇ ਪੜ੍ਹ ਲਵੇ। ਹਾਂਜੀ, ਤੇ ਇੰਨਾ ਪੜ੍ਹਨ ਤੋਂ ਬਾਅਦ ਜੇ ਉਹਦੇ ਉੱਤੇ ਉਹਦੀ ਨਜ਼ਰ ਨਾ ਹੋਵੇ, ਜਾਂ ਉਹਦੀ ਕਿਰਪਾ ਨਾ ਹੋਵੇ, ਉਹਦੀ ਭਾਵ ਪ੍ਰੇਮਾ ਭਗਤੀ ਵਾਲਾ ਗੁਣ ਨਾ ਹੋਵੇ ਉਹਦੇ ਚ, ਤੇ ਅਨਫੋਰਚੂਨੇਟਲੀ ਉਹ ਕਿਸੇ ਕੰਮ ਦੇ ਨਹੀਂ ਸਾਰਾ ਕੁਝ, ਉਹਦੀ ਵੈਲਿਊ ਬਹੁਤ ਘੱਟ ਹੈ ਉਹਦੀ।
ਸੋ ਇਹ ਹੁਣ ਹੈ ਕਿ ਇਹ ਕਿੰਜ ਹੋਵੇ ਗੱਲ ਸਾਰੀ, ਯੂ نو ਹਾਊ ਡਸ ਇਹ ਕਿਤਨਾ ਕਿਸ ਤਰ੍ਹਾਂ ਬੰਦਾ ਕਰੇ ਕਿ ਨਾ ਜਪਜੀ ਦੀ ਪੌੜੀਆਂ ਤੇ ਚੱਲ ਸਕੇ। ਲੈਟ ਮੀ ਰੀਡ ਦ ਪੌੜੀ ਫਰਸਟ, ਯੂ نو, and then maybe do line by line first and then get into deeper into the more deeper understanding of the subject matter, you know. So ਪੌੜੀ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ, ਤੇ ਜੇ ਤਿਸ ਨਦਰ ਨਾ ਆਵੇ ਤੇ ਬਾਤ ਨਾ ਪੁੱਛੇ ਕੇ, ਤੇ ਕੀਟਾ ਅੰਦਰ ਕੀਟਗਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ, ਤੇਹਾ ਕੋਈ ਨਾ ਸੁਝੇ ਹੀ ਜੇ ਤਿਸ ਗੁਣ ਕੋਈ ਕਰੇ। ਸੋ ਇਹ ਪੌੜੀ ਤੇ ਰੋਜ਼ ਪੜ੍ਹਦੇ ਹੋ ਤੁਸੀਂ, ਨਥਿੰਗ, ਕੋਈ ਫੋਰਨ ਮਟੀਰੀਅਲ ਨਹੀਂ ਹੈ ਕਿਸੇ ਵਾਸਤੇ ਵੀ, ਯੂ نو। ਸੋ ਇੱਕ ਗੱਲ ਹੋਰ ਮੈਂ ਕਹਿ ਦਿਆਂ ਇੱਥੇ ਕਿ ਜਿੰਨੇ ਵੀ ਕੰਮ ਜਿਹੜੇ ਹਨ ਦੁਨੀਆ ਦੇ ਪ੍ਰੇਮਾ ਭਗਤੀ ਤੋਂ ਸਿਵਾਏ, ਜਿੰਨੇ ਕਰਮ ਹਨ ਜਿਹੜੇ ਬੰਦਾ ਕਰਦਾ ਹੈ, ਉਹ ਕਰਮ ਤੁਸੀਂ ਕਰ ਸਕਦੇ ਹੋ, ਪਰ ਮੈਂ ਬੜੀ ਵਾਰੀ ਪਹਿਲੇ ਵੀ ਕਿਹਾ ਕਲਾਸ ਵਿੱਚ ਕਿ ਉਹਨਾਂ ਵਿੱਚੋਂ ਤੁਹਾਨੂੰ ਸੁੱਖ ਮਿਲੇਗਾ ਕਿ ਨਹੀਂ ਮਿਲੇਗਾ, ਜਾਂ ਉਹਨਾਂ ਵਿੱਚੋਂ ਤੁਹਾਨੂੰ ਅੰਦਰਲੀ ਤੁਹਾਡੇ ਹਿਰਦੇ ਦੀ ਜਿਹੜੀ ਅੰਦਰਲੀ ਪਿਆਸ ਬੁਝੇਗੀ ਕਿ ਨਹੀਂ ਬੁਝੇਗੀ, ਉਹ ਤੁਹਾਡੇ ਵੱਸ 'ਚ ਨਹੀਂ ਹੈ, ਉਹ ਪ੍ਰਮਾਤਮਾ ਦੇ ਵੱਸ 'ਚ ਹੈ। ਹਾਂਜੀ। ਸੋ ਫॉर ਐਗਜ਼ਾਮਪਲ ਧੀਆਂ ਪੁੱਤਰ ਦਾ ਜਨਮ ਹੋ ਜਾਣਾ ਅਲੱਗ ਹੈ, ਵੱਡੇ ਹੋ ਕੇ ਉਹਨਾਂ ਧੀਆਂ ਪੁੱਤਰਾਂ ਚੋਂ ਸੁੱਖ ਮਿਲ ਜਾਣਾ ਉਹ ਅਲੱਗ ਹੈ। ਬਹੁਤੀ ਪੜ੍ਹਾਈ ਕਰਕੇ ਡਾਕਟਰ ਬਣ ਜਾਣਾ ਜਾਂ ਲਾਇਰ ਬਣ ਜਾਣਾ ਜਾਂ ਕੁਛ ਵੀ ਬਣ ਜਾਣਾ ਅਲੱਗ ਹੈ। ਉਹ ਡਾਕਟਰ ਬਣਿਆ ਹੋਇਆ ਜਾਂ ਬਿਜ਼ਨਸਮੈਨ ਬਣਿਆ ਹੋਇਆ ਜਾਂ ਉਹਦੇ ਵਿੱਚੋਂ ਲੌਂਗ ਟਰਮ ਹੈਪੀਨੈਸ ਮਿਲ ਜਾਵੇ, ਉਸਨੂੰ ਸਕੂਨ ਆ ਜਾਵੇ ਉਸਨੂੰ, ਹੈ ਨਾ, ਉਹ ਅਲੱਗ ਹੈ। ਕੋਈ ਵੱਡੀ ਚੀਜ਼ ਵੱਡੇ ਘਰ ਲੈ ਲੈਣੇ ਅਲੱਗ ਹੈ, ਤੇ ਇਹ ਸੋਚਣਾ ਕਿ ਇਹ ਹੁਣ ਵੱਡਾ ਘਰ ਲੈ ਕੇ ਹੁਣ ਮੈਂ ਸਦਾ ਲਈ ਖੁਸ਼ੀ ਹੋ ਜਾਵਾਂਗਾ, ਸਦਾ ਲਈ ਖੁਸ਼ ਹੋ ਜਾਵਾਂਗਾ, ਸਦਾ ਲਈ ਮੁਕਤ ਹੋ ਜਾਵਾਂਗਾ, ਸਦਾ ਲਈ ਮੈਨੂੰ ਆਨੰਦਿਤ ਹੋ ਜਾਵਾਂਗਾ, ਉਹ ਨਹੀਂ ਹੈ। ਉਹ ਹੋਏ ਨਾ ਹੋਏ, ਉਹ ਤੁਹਾਡੇ ਵੱਸ 'ਚ ਨਹੀਂ ਹੈ ਜੀ। ਇਹ ਜੌਬ ਮਿਲ ਜਾਏ ਜਾਂ ਇਹ ਫਲਾਣੀ ਚੀਜ਼ ਮਿਲ ਜਾਏ ਜਾਂ ਇਹ ਫਲਾਣੀ ਪ੍ਰਧਾਨਗੀ ਮਿਲ ਜਾਏ ਜਾਂ ਗੁਰਦੁਆਰੇ ਦਾ ਪ੍ਰਧਾਨ ਬਣ ਜਾਵਾਂ ਜਾਂ ਕੁਝ ਹੋਰ ਕਰ ਲਵਾਂ ਜਾਂ ਇਹ ਫਲਾਣੀ ਚੀਜ਼ ਕਰਕੇ ਇਹ ਹੋ ਜਾਵੇ, ਤੇ ਉਹਦੇ ਵਿੱਚੋਂ ਮੈਨੂੰ ਇਹ ਚੀਜ਼ਾਂ ਮਿਲ ਜਾਣ ਜਿਹੜੀਆਂ ਲੌਂਗ ਟਰਮ ਹੈ। ਦੇਖੋ ਸ਼ਾਰਟ ਟਰਮ ਹੈਪੀਨੈਸ ਦੀ ਗੱਲ ਨਹੀਂ ਕਰ ਰਿਹਾ ਮੈਂ, ਸੋ ਆਈ ਵਾਂਟ ਟੂ ਮੇਕ ਮਾਈਸੈਲਫ ਵੈਰੀ ਕਲੀਅਰ। ਹੈ ਜੀ, ਬੰਦਾ ਵੈਕੇਸ਼ਨ ਤੇ ਜਾਂਦਾ ਹੈ, ਮੇਰੇ ਵਰਗੇ ਜਿਹੜੇ ਬੜੇ ਜਿਨ੍ਹਾਂ ਨੂੰ ਟਰੈਵਲਿੰਗ ਬੜੀ ਪਸੰਦ ਹੈ, ਬੜੇ ਉਤਸ਼ਾਹ ਨਾਲ ਜਾਂਦੇ ਨੇ, ਇੱਥੋਂ ਤਿਆਰੀ ਬੜੀ ਕਰਦੇ ਆ ਜੀ, ਫਲਾਂਟ ਐਕਸਾਈਟਮੈਂਟ ਹੁੰਦੀ ਹੈ ਬੜੀ, ਜਾਓ ਫਿਰੋ ਤੁਰੋ ਸਭ ਕੁਝ ਕਰਕੇ ਆਓ, ਬਸ ਉਹ ਜਦੋਂ ਇੱਕ ਦਿਨ ਰਹਿ ਜਾਂਦਾ ਵਾਪਸੀ ਦਾ, ਜਦੋਂ ਵਾਪਸੀ ਤੇ ਹੀ ਉੱਥੋਂ ਮੂਡ 에ਅਰਪੋਰਟ ਤੋਂ ਹੀ ਚੇਂਜ ਹੋ ਜਾਂਦਾ ਬੰਦੇ ਦਾ ਮੂਡ, you know, ਘਰ ਆ ਕੇ you're back into the same, within a day or two you even forget that you even went somewhere, you know। ਹਾਂਜੀ, so ਇਹ ਕਾਮਨ ਹੈ ਬੜਾ, ਇਹ ਮੇਰੇ ਨਾਲ ਨਹੀਂ ਹੈ, ਸਭ ਨਾਲ ਹੈ, you know। ਸੋ ਉਹ ਬੰਦਾ, ਮੈਂ ਉਸ ਹੈਪੀਨੈਸ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਹੈਪੀਨੈਸ ਕਿਸੇ ਫਰੈਂਡ ਨਾਲ ਇੱਕ ਰਾਤ ਬਿਤਾਈ ਹੋਈ, ਜਾਂ ਉਹ ਕਿਧਰੇ ਗਿਆ ਤੇ ਪਾਰਟੀ ਤੇ ਗਿਆ ਖੁਸ਼ ਹੋ ਗਿਆ, ਵਿਆਹ ਤੇ ਗਿਆ ਖੁਸ਼ ਹੋ ਗਿਆ, ਵਾਪਸ ਆਇਆ ਘਰ ਤੇ 2 ਦਿਨਾਂ 'ਚ ਫਿਰ ਉਹੀ ਹਾਲ ਹੈ ਜੋ ਪਹਿਲੇ ਹਾਲ ਸੀ। ਮੈਂ ਉਸ ਖੁਸ਼ੀ ਦੀ ਗੱਲ ਨਹੀਂ ਕਰਦਾ ਪਿਆ, ਮੈਂ ਉਸ ਜਿਹੜੀਆਂ ਸ਼ਾਰਟ ਜਿਹੜੀਆਂ ਖੁਸ਼ੀਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਖੁਸ਼ੀ ਦੀ ਗੱਲ ਕਰ ਰਿਹਾ ਜਿਹੜੀ ਲੌਂਗ ਟਰਮ ਹੋਵੇ, ਚਿਰੰਜੀਵੀ ਖੁਸ਼ੀ ਹੋਵੇ ਜਿਹੜੀ, ਉਹ ਕਿੱਥੋਂ ਮਿਲਦੀ ਹੈ, ਯੂ نو, ਉਹਦਾ ਰਹੱਸ ਕੀ ਹੈ, ਉਹਦੇ ਪਿੱਛੇ ਕੌਣ ਕਰਨ, ਉਹ ਕਰਾਉਣ ਵਾਲਾ ਆਪ ਹੈ, ਉਹ ਨਦਰ ਤੋਂ ਮਿਲਦੀ ਹੈ, ਉਹਦੇ ਨਦਰ ਦੇ ਪਾਤਰ ਹੋਣ ਤੋਂ ਮਿਲਦੀ ਹੈ, ਉਹਦੀ ਮਰਜ਼ੀ ਨਾਲ ਮਿਲਦੀ ਹੈ। ਸੋ ਇਸ ਪੌੜੀ ਵਿੱਚ ਜਿੱਥੇ ਪਹਿਲੀਆਂ 2 ਪੌੜੀਆਂ ਵਿੱਚ ਥਾਪਿਆ ਨਾ ਜਾਏ ਕੀਤਾ ਨਾ ਹੋਵੇ ਦਾ ਕਨਸੈਪਟ ਤੇ ਤੀਰਥ ਨਾਵਾਂ ਵਾਲਾ ਕਨਸੈਪਟ ਸੀ, ਔਰ ਇੱਥੇ ਹੁਣ ਰੇਜ਼ ਕੀਤਾ ਨੇ ਤੀਸਰਾ ਕਨਸੈਪਟ ਕਰਮ ਯੋਗ ਤੇ ਹਠ ਯੋਗ ਵਾਲਾ। ਤੇ ਗੱਲ ਸਿੱਟੇ ਦੀ ਇਹ ਹੈ ਕਿ ਜੇ ਤੇਰੀ ਉਮਰ ਵੱਧ ਜਾਏ, ਜੇ ਯੁਗ ਚਾਰੇ ਆਰਜਾ ਉਮਰ ਨੂੰ ਕਹਿੰਦੇ ਆ, ਯੁਗ ਕਹਿੰਦੇ ਆ ਯੁਗ ਨੂੰ, ਕਲ ਯੁਗ ਹੈ, ਸਤਯੁਗ ਹੈ, ਮਨੇ ਬੜਾ ਲੰਬਾ ਅਰਸਾ ਦਾ ਟਾਈਮ, ਮਨੇ ਇਤਨੀ ਲੰਬੀ ਤੇਰੀ ਉਮਰ ਹੋ ਜਾਏ, ਅਗਰ ਤੇਰੀ ਉਮਰ 400 ਸਾਲ ਹੋ ਜਾਏ, 300 ਸਾਲ ਹੋ जाए, 1000 साल तू जिंदा रह जाए, अगर तो जिंदा ही ना रहे, तू पढ़ाई लिखाई इतनी करे, इज्जत मान इतना इकट्ठा करें, 10 नोबल अवार्ड तेन मिल जान, यू नो, हर चीज हर लोग तेरी इज्जत मान करना शुरू कर देन, तेरी जिथे जावे तेनू तेरी पुछ पाल होवे, जिथे जावे तेरी इज्जत लोग करन, तेरी जिथे जावे लोग तेरे पीछे चलन तेरे। पर महाराज कहते हैं जे हो भी जावे, अगली लाइना है कि नवा खंडा विच जानिए नाल चले सब कोई, मतलब नवा खंडा मने 9 खंड पृथ्वी नो डिवाइड कर दे, 9 हिस्से, भाव हर जगह ओदी वडियाई हो,
हर जगह उसनूं उच्चा उच्चा लोग कहण, हर जगह हुण कई हैं एक्टर्स एक्ट्रेसेस होंदे ने हॉलीवुड विच बॉलीवुड विच, है ना, किन्ने खुश तुहानूं उतों लगदा होएगा कि यार ਇਹ ਵਰਗਾ ਤੇ ਹੋ ਹੀ ਨਹੀਂ ਸਕਦਾ, ਇਤਨੇ ਪੈਸੇ ਨੇ। ਤੇ ਜਦੋਂ ਉਹ ਮਾਣ ਖਤਮ ਹੋ ਜਾਂਦਾ ਜਦੋਂ, ਤੇ ਫਿਰ ਵਿਚਾਰਿਆਂ ਦੀ ਹਾਲਤ ਇੰਨੀ ਡਿਪਰੈਸ਼ਨ ਹੋ ਜਾਂਦੀ, ਕਈ ਵਿਚਾਰੇ ਇੰਜ ਹੀ ਮਰ ਜਾਂਦੇ ਨੇ, ਕਈਆਂ ਦੇ ਮਨ ਵਿੱਚ ਕਿਉਂ ਜੇ ਕਿਸ ਤਰ੍ਹਾਂ ਦੀ ਕਿਤਨੀ ਬੁਰੀ ਜ਼ਿੰਦਗੀ ਉਹਨਾਂ ਦੀ ਅੱਗੇ ਲਿਖੀ ਹੁੰਦੀ ਹੈ ਅੱਗੇ। ਸੋ ਇਸ਼ੂ ਇਹ ਹੈ ਕਿ ਜੇ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਭਾਵ ਬਹੁਤਾ ਹੀ ਕੋਈ ਮਸ਼ਹੂਰ ਹੋ ਜਾਵੇ ਤੇ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੈ, ਮਤਲਬ ਕਿ ਨਾਮ ਹੀ ਚੰਗਾ ਰਖਵਾ ਲਵੇ, ਭਾਵ ਕੋਈ ਮਾੜੇ ਕੰਮ ਕਰੇ ਵੀ ਨਾ ਬਹੁਤੇ। ਇਹ ਨਹੀਂ ਕਿ ਇਹ ਇਸ ਬਾਰੇ ਉਹਨਾਂ ਬੰਦਿਆਂ ਦੀ ਗੱਲ ਨਹੀਂ ਹੋ ਰਹੀ ਜਿਹੜੇ ਬੰਦੇ ਮਾੜੇ ਪਾਸੇ ਲੱਗਦੇ, ਜਿਹੜੇ ਚੰਗੇ ਪਾਸੇ ਲੱਗਦੇ ਉਹਨਾਂ ਦੀ ਗੱਲ ਹੁੰਦੀ ਪਈ ਹੈ। ਲੇਕਿਨ ਵਿਚਾਰੇ ਚੰਗੇ ਕਰਮ ਤੇ ਕਰਦੇ ਹਨ। ਹੁਣ ਦੇਖੋ ਕਰਮ ਜਦੋਂ ਬੰਦਾ ਕਰੇਗਾ, ਜੇ ਤੁਹਾਨੂੰ ਟਾਈਮ ਮਿਲੇ ਤੇ 4 ਪੇਜ ਲਿਖੇ ਹਨ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਸ ਪੌੜੀ ਦੇ ਉੱਤੇ, ਔਰ ਬਹੁਤ ਖੂਬਸੂਰਤੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਤੁਹਾਨੂੰ ਮਿਲੇ ਟਾਈਮ ਪੜ੍ਹਨ ਦਾ, ਇਨੋ ਸਾਰੇ ਬਹੁਤ ਬਿਜ਼ੀ ਹਨ, ਤੇ ਤੁਸੀਂ ਪੜ੍ਹਿਓ ਜ਼ਰੂਰ ਸੰਖਿਆ ਦੇ ਪੇजेस ਜਿਹੜੇ ਹਨ। ਮੈਂ ਪੇਜ ਨੰਬਰ ਦੇ ਦਿਆਂਗਾ ਜੇ ਕਿਸੇ ਨੂੰ ਚਾਹੀਦੇ ਹੋਣ ਤੇ। ਮੈਂ 1-2 ਕੋਟੇਸ਼ਨ ਵੀ ਕਰਾਂਗਾ ਉਹਨਾਂ ਦੀ ਲਿਖਤਾਂ ਵਿੱਚੋਂ। ਤੋ ਜਿਹੜੇ ਬੰਦਾ ਜਦੋਂ ਇਤਨਾ ਮਸ਼ਹੂਰ ਹੋ ਜਾਵੇ, ਪੜ੍ਹ ਲਿਖ ਜਾਵੇ, ਨਾਮ ਵੀ ਕਮਾ ਲਵੇ, ਸਭ ਕੁਝ ਕਰ ਜਾਏ, ਉਹ ਹਰ ਬੰਦੇ ਉਹਦੀ ਇੱਜ਼ਤ ਕਰਨਾ ਸ਼ੁਰੂ ਕਰ ਦੇਣ, ਹਰ ਬੰਦੇ ਉਹਦੇ ਪਿੱਛੇ ਲੱਗਣਾ ਸ਼ੁਰੂ ਕਰ ਦੇਣ, ਤੇ ਜਦੋਂ ਕਰਮ ਕਰੇਗਾ ਤੇ ਕਰਮ ਕਰਦਿਆਂ ਵਿੱਚ ਚੰਗੇ ਕੰਮ ਵੀ ਕਰੇਗਾ ਤੇ ਬੰਦੇ ਵੀ ਕਰੇਗਾ ਨਾਲ। ਐਵੇਂ ਇਹ ਤੇ ਹੈ ਨਹੀਂ ਕਿ ਸਿਰਫ ਕਿਉਂਕਿ ਇੱਕ ਸਤਸੰਗ ਵਿੱਚੋਂ ਛੋੜ ਕੇ, ਪ੍ਰਮਾਤਮਾ ਦੇ ਭਗਤਾਂ ਵਿੱਚੋਂ ਛੋੜ ਕੇ ਕਰਮ ਜਦੋਂ ਬੰਦਾ ਕਰਦਾ ਹੈ ਤੇ ਨਾ ਅਣਜਾਣੇ ਵੀ ਮਾੜੇ ਵੀ ਹੋ ਜਾਂਦੇ ਹਨ, ਹੋਣ ਦੇ ਆਸਰੇ ਵੀ ਕਰਮ ਕਰਦਾ ਹੈ ਬੜੇ। ਤੇ ਮਹਾਰਾਜ ਇੱਥੇ ਸੰਦੇਸ਼ ਇਹ ਹੈ ਕਿ ਇਹੋ ਜਿਹੇ ਬੰਦੇ ਜਿਹੜੇ ਆਪਣੇ ਆਪ ਨੂੰ ਬਹੁਤਾ ਸਿਆਣਾ ਗਿਣਦੇ ਹਨ, ਇਹੋ ਜਿਹੇ ਬੰਦੇ ਜਿਹੜੇ ਕਹਿੰਦੇ ਹਨ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਹੈ, ਮੈਂ ਬੜਾ ਸਿਆਣਾ, ਮੇਰੀ ਹਰ ਜਗ੍ਹਾ ਚਲਦੀ ਹੈ, ਮੇਰੀ ਦੁਨੀਆ 'ਚ ਬਹੁਤ ਜਗ੍ਹਾ ਵਾਹ ਹੁੰਦੀ ਹੈ ਸਾਰੀ ਜਗ੍ਹਾ, ਕਿ ਉਹਦੀ ਦਾਤ ਬਿਨਾ, ਉਹਦੇ ਨਦਰ ਬਿਨਾ। ਤੇ ਨਦਰ ਕਿੱਥੋਂ ਮਿਲਦੀ ਹੈ? ਨਦਰ ਮਿਲਦੀ ਹੈ ਜਿਹੜਾ ਨਦਰ ਦਾ ਪਾਤਰ ਹੋਵੇ, ਹੈ ਨਾ। ਨਦਰ ਤਾਂ ਮਿਲਦੀ ਹੈ, ਉਹਦੀ ਖੁਸ਼ੀ ਤਾਂ ਮਿਲਦੀ ਹੈ ਜੇ ਉਹਦੀ ਖੁਸ਼ੀ ਦਾ ਪਾਤਰ ਹੋਵੇ। ਤੇ ਉਹਦੀ ਖੁਸ਼ੀ ਦਾ ਪਾਤਰ ਕੌਣ ਹੁੰਦਾ? ਉਹਦੀ ਖੁਸ਼ੀ ਦਾ ਪਾਤਰ ਉਹ ਹੁੰਦਾ ਜਿਹੜਾ ਹੁਕਮ ਰਜਾਈ ਚੱਲਦਾ ਹੈ, ਜਿਹੜਾ ਜ਼ਿੰਦਗੀ ਨੂੰ ਉਸ ਹਿਸਾਬ ਨਾਲ ਬਿਤਾਉਂਦਾ ਹੈ ਜਿਸ ਹਿਸਾਬ ਨਾਲ ਪ੍ਰਮਾਤਮਾ ਖੁਸ਼ ਹੋ ਜਾਏ ਉਹਦੇ ਤੋਂ। ਤੇ ਉਹ ਕੌਣ ਹੈ? ਉਹ ਹੈ ਕਿ ਉਹਦੇ ਵਿੱਚ ਉਹ ਗੁਣ ਹੋਣ ਪ੍ਰਮਾਤਮਾ ਵਾਲੇ, ਸੇਵਾ ਸਿਮਰਨ ਵਾਲਾ ਗੁਣ ਹੋਵੇ, ਜਿਹੜਾ ਦੂਸਰਿਆਂ ਨੂੰ ਇਸ ਰਸਤੇ ਤੇ ਚੱਲਣ 'ਚ ਪ੍ਰੇਰਿਤ ਕਰਦਾ ਹੋਵੇ, ਆਪ ਪ੍ਰੇਰਣਾ ਵਿੱਚ ਹੋਵੇ, ਦੂਸਰਿਆਂ ਨੂੰ ਪ੍ਰੇਰਿਤ ਕਰਦਾ ਹੋਵੇ, ਦੂਸਰਿਆਂ ਦੀ ਭੁੱਖ ਪਿਆਸ ਮਿਟਾਉਂਦਾ ਹੋਵੇ, ਸੇਵਾ ਵਿੱਚ ਨਿਪੁੰਨ ਹੋਵੇ, ਕੀਰਤਨ ਦੀ ਆਪ ਸੋਝੀ ਹੋਵੇ, ਜੇ ਗੁਰਸਿੱਖ ਹੋਵੇ ਤੇ ਜੇ ਮੁਸਲਮਾਨ ਹੋਵੇ ਤੇ ਉਹਨੂੰ ਹਦੀਸਾਂ ਦਾ, ਕੁਰਾਨ ਦਾ ਪਤਾ ਹੋਵੇ, ਆਪਣੇ ਅੱਲਾ ਨਾਲ ਪਿਆਰ ਹੋਵੇ, ਜ਼ਕਾਤ ਵਿੱਚ ਬਿਲੀਵ ਕਰਦਾ ਹੋਵੇ, ਦਾਨ ਪੁੰਨ ਵਿੱਚ ਮਸ਼ਹੂਰ ਹੋਵੇ, ਹਜ ਉਮਰਾ ਵਾਸਤੇ ਜਾਂਦਾ ਹੋਵੇ, ਭਾਵ ਅੱਲਾ ਨਾਲ, ਆਪਣੇ ਨਬੀ ਨਾਲ ਪਿਆਰ ਹੋਵੇ, ਤੇ ਇਹੋ ਜਿਹੇ ਇਨਸਾਨ, ਇਹੋ ਜਿਹੇ ਮੁਸਲਮਾਨ ਜਾਂ ਜੇ ਹਿੰਦੂ ਹੋਵੇ ਤੇ ਹਿੰਦੂ ਵੀਰ ਹੋਵੇ ਕੋਈ, ਤੁਹਾਨੂੰ ਫਿਰ ਗੀਤਾ ਦੇ ਉੱਤੇ ਭਰੋਸਾ ਹੋ, ਗੀਤਾ ਦੇ ਚੱਲੇ ਹੋਏ ਰਸਤੇ ਤੇ ਚੱਲਿਆ ਹੋਵੇ ਉਹ, ਹੈ ਨਾ, ਉਹਨਾਂ ਰਸਤੇ ਤੇ ਚੱਲ ਕੇ ਅੱਗੇ ਗਿਆ ਹੋਵੇ। ਤੇ ਜੇ ਕੋਈ ਗੁਰਸਿੱਖ ਹੋਵੇ ਤੇ ਫਿਰ ਜਪਜੀ ਵਾਲਾ ਰਾਹ ਪਕੜੇ ਹੋਏ ਉਸਨੇ, ਫਿਰ ਉਹ ਜਪਜੀ ਵਾਲੀ ਰੋਸ਼ਨੀ ਵਿੱਚ ਆਪਣੀ ਜ਼ਿੰਦਗੀ ਬਿਤਾਈ ਹੋਵੇ ਉਸਨੂੰ। ਤੇ ਜੇ ਉਸਦੀ ਨਦਰ ਨਹੀਂ ਹੈ, ਜੇ ਉਸਦੀ ਕਿਰਪਾ ਨਹੀਂ ਹੈ, ਤੇ ਵੱਡੇ ਤੋਂ ਵੱਡੇ ਬੰਦੇ, ਵੱਡੇ ਤੋਂ ਵੱਡੇ ਮਸ਼ਹੂਰ ਬੰਦੇ, ਵੱਡੇ ਤੋਂ ਵੱਡੇ ਜੋਗੀ ਹੱਠੀ, ਵੱਡੇ ਤੋਂ ਵੱਡੇ ਅਮੀਰ ਜਾਂ ਵੱਡੇ ਤੋਂ ਵੱਡੇ ਪੜ੍ਹੇ ਲਿਖੇ ਬੰਦੇ, ਉਹ ਖੁਸ਼ੀ ਨਹੀਂ ਮਿਲ ਸਕਦੀ ਉਹਨਾਂ ਨੂੰ ਮੋਖ ਦੁਆਰ ਦੀ ਪ੍ਰਾਪਤੀ ਨਹੀਂ ਮਿਲ ਸਕਦੀ, ਉਹਨਾਂ ਨੂੰ ਅਲਟੀਮੇਟ ਐਂਡ ਨਹੀਂ ਹੈ ਉਹਨਾਂ ਵਾਸਤੇ ਕੋਈ, ਕਿਉਂਕਿ ਨਦਰੀ ਮੋਖ ਦੁਆਰ ਹੈ। ਪਹਿਲੇ ਵੀ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਹੈ। ਮੁੱਖ ਦੁਆਰ ਨਦਰ ਦੇ ਪਾਤਰ ਦੇ, ਨਦਰ ਹੁੰਦੀ ਹੈ ਤਾਂ ਜਦੋਂ ਬੰਦਾ ਨੋਟਿਸਡ ਹੁੰਦਾ ਉਹਦੇ ਦਰਬਾਰ ਵਿੱਚ, ਤੇ ਨੋਟਿਸਡ ਉਹੀ ਹੁੰਦਾ ਜਿਹੜਾ ਪ੍ਰੇਮਾ ਭਗਤੀ ਦੇ ਰਸਤੇ ਵਿੱਚ ਚੱਲਦਾ ਹੈ। ਜਿਹੜਾ ਮਹਾਰਾਜ ਗੱਲ ਦੀ ਕਲੈਰਿਟੀ ਕਰਦੇ ਹਨ ਅੱਗੇ ਜਾ ਕੇ ਕਿ ਜੇ ਤਿਸ ਨਦਰ ਨਾ ਆਵੇ ਤੇ ਵਾਤ ਨਾ ਪੁੱਛੇ, ਕਿ ਭਾਵ ਜੇ ਉਹਦੀ ਨਦਰ ਦਾ ਪਾਤਰ ਨਹੀਂ ਬਣ ਪਾਇਆ ਤੇ ਲੌਂਗ ਟਰਮ ਖੁਸ਼ੀ ਨਹੀਂ ਮਿਲ ਸਕਦੀ ਉਸਨੂੰ, ਲੌਂਗ ਟਰਮ ਹੈਪੀ ਨਹੀਂ ਮਿਲ ਸਕਦਾ, ਹੈਪੀਨੈਸ ਨਹੀਂ ਮਿਲ ਸਕਦੀ, ਲੌਂਗ ਟਰਮ ਉਹਨੂੰ ਨਦਰੀ ਮੋਖ ਦੁਆਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਰਮਾਂ ਦੇ ਉੱਤੇ ਮੋਖ ਦੁਆਰ ਦੀ ਪ੍ਰਾਪਤੀ ਨਹੀਂ ਹੈ, ਪ੍ਰੇਮਾ ਭਗਤੀ ਤੇ ਮੋਖ ਦੁਆਰ ਦੀ ਪ੍ਰਾਪਤੀ ਹੈ। ਜਿੱਥੇ ਕਰਮ ਖਤਮ ਹੁੰਦੇ ਹਨ ਆਪਣੇ, ਜਿੱਥੋਂ ਜਦੋਂ ਆਤਮ ਸਮਰਪਣ ਸ਼ੁਰੂ ਹੁੰਦਾ, ਜਿੱਥੋਂ ਬੰਦਾ ਸਰੈਂਡਰ ਕਰਦਾ, ਜਦੋਂ ਉਸ ਪੁਆਇੰਟ ਤੋਂ ਮੋਖ ਦੁਆਰ ਦੀ ਪ੍ਰਾਪਤੀ ਦਾ ਰਸਤਾ ਸ਼ੁਰੂ ਹੁੰਦਾ। ਜਦ ਤੱਕ ਤੁਹਾਡੇ ਆਪਣੇ ਕਰਮ ਹਨ, ਜਦ ਤੱਕ ਤੁਸੀਂ ਸੋਚੋ ਮੈਂ ਕਰ ਰਿਹਾ ਹਾਂ,
ਹੋਂਦ ਵਿੱਚ ਧਾਰ ਕੇ ਜਦੋਂ ਕਰਮ ਕਰੀਦੇ ਹੁੰਦੇ ਨੇ, ਫਿਰ ਚੰਗੇ ਵੀ ਹੋ ਜਾਂਦੇ ਨੇ, ਮਾੜੇ ਵੀ ਹੋ ਜਾਂਦੇ। ਤੇ ਇਹੋ ਜਿਹੇ ਬੰਦੇ ਜਦੋਂ ਫਿਰ ਚੰਗੇ ਤੇ ਮੰਦੇ ਦੋਨੋਂ ਕੰਮ ਕਰਦੇ ਹਨ, ਲੇਕਿਨ ਉਸ ਪ੍ਰੇਮ ਵਿਹੂਣੋਂ ਤੋਂ ਹਟ ਕੇ ਕਰਦੇ ਹਨ ਜਦੋਂ, ਤੇ ਉਹ ਫਿਰ ਉਹਨਾਂ ਦੀ ਫਿਰ ਗਿਣਤੀ ਬਹੁਤ, ਫਿਰ ਉਹ ਤੇ ਫਿਰ ਕੋਈ ਵੈਲਿਊ ਨਹੀਂ ਰਹਿ ਜਾਂਦੀ ਉਹਨਾਂ ਦੀ। ਉਹਨਾਂ ਦੀ ਕੀ ਵੈਲਿਊ ਰਹਿ ਜਾਏਗੀ ਦੱਸੋ ਮੈਨੂੰ? ਜਿਹੜੇ ਬੰਦੇ ਸਿਰਫ ਕਰਮ ਦੇ ਉੱਤੇ ਹੀ ਬਿਲੀਵ ਕਰਦੇ, ਪ੍ਰੇਮਾ ਭਗਤੀ ਤੇ ਨਹੀਂ ਬਿਲੀਵ ਕਰਦੇ, ਫਿਰ ਉਹਨਾਂ ਦੇ ਚੰਗੇ ਤੇ ਮੰਗੇ ਕਰਮ ਦੀ ਫਿਰ ਲਿਖਾ ਹੁੰਦਾ ਉਹਨਾਂ ਦਾ, ਫਿਰ ਮਾੜੇ ਕਰਮਾਂ ਦਾ ਦੁੱਖ ਵੀ ਭੋਗਦੇ ਨੇ ਵਿਚਾਰੇ। ਤੇ ਇਸ ਵਾਸਤੇ ਜੇ ਉਹਦੀ ਨਜ਼ਰ ਨਹੀਂ ਹੈ ਤੇ ਫਿਰ ਵੈਲਿਊ ਤੁਹਾਡੀ ਬੜੀ ਘੱਟ ਹੈ ਤੁਹਾਡੀ। ਮੈਂ ਤੁਹਾਨੂੰ ਬੜੀਆਂ ਐਗਜ਼ਾਮਪਲ ਹਿਸਟਰੀ ਤੋਂ ਦੇ ਸਕਦਾ। ਰਾਵਣ ਨੂੰ ਲੈ ਲਓ, ਬੜਾ ਵੱਡਾ ਇੰਪੋਰਟੈਂਟ ਕੈਰੈਕਟਰ ਹੈ ਰਾਮਾਇਣ ਵਿੱਚੋਂ। ਸ਼ਿਵ ਜੀ ਦਾ ਭਗਤ ਸੀ, ਬੜੀ ਭਗਤੀ ਕੀਤੀ ਸ਼ਿਵ ਜੀ ਦੀ ਉਹਨੇ, ਹੈ ਨਾ। ਲੇਕਿਨ ਭਗਤੀ ਇਸ ਵਾਸਤੇ ਨਹੀਂ ਕੀਤੀ ਕਿ ਸ਼ਿਵ ਜੀ ਮੈਨੂੰ ਮਿਲ ਜਾਣ। ਭਗਤੀ ਇਸ ਵਾਸਤੇ ਨਹੀਂ ਕੀਤੀ ਕਿ ਪ੍ਰਮਾਤਮਾ ਦਾ ਨਾਮ ਮੇਰੇ ਅੰਦਰ ਵਸੇ। ਭਗਤੀ ਇਸ ਵਾਸਤੇ ਕੀਤੀ ਕਿ ਮੈਂ ਸਭ ਤੋਂ ਜ਼ਿਆਦਾ ਪਾਵਰਫੁਲ ਹੋ ਜਾਵਾਂ, ਕੁਬੇਰ ਦਾ ਖਜ਼ਾਨਾ ਮੈਂ ਲੁੱਟ ਲਵਾਂ, ਸੋਨੇ ਦੀ ਲੰਕਾ ਮੈਂ ਬਣਾ ਲਵਾਂ, ਮੇਰੇ ਵਰਗਾ ਪਾਵਰਫੁਲ ਹੈ, ਇੱਛਾ ਮ੍ਰਿਤੂ ਦਾ ਦਾਨ ਲੈ ਲਵਾਂ, ਜਦ ਤੱਕ ਮੈਂ ਨਾ ਕਵਾਂ ਮੈਂ ਮਰਾਂ ਨਾ, ਮੈਨੂੰ ਕੋਈ ਮਾਰਨ ਵਾਲਾ ਬਣੇ ਨਾ ਕੋਈ। ਤੇ ਨਾ ਤੇ ਬੜਾ ਵੱਡਾ ਉਸਨੇ ਕਮਾਇਆ, ਨਾਮ ਦੀ ਕਮਾਈ ਦੇ ਤੇ ਨਹੀਂ, ਦੂਰਾ ਤੱਕ ਰਾਜ ਸੀ ਉਹਦਾ ਬੜਾ ਵੱਡਾ, ਲੋਕ ਡਰਦੇ ਸਨ ਬੜਾ ਉਸ ਤੋਂ। ਭਗਤੀ ਵਾਲਾ ਵੀ ਸੀ ਬੜਾ, ਬੜੇ ਨਾਮ ਖਟਾਏ ਹੋਏ ਸਨ ਉਹਨੇ ਆਪਣੇ। ਤੇ ਐਂਡ ਵਿੱਚ ਕੀ ਹੋਇਆ ਉਹਦਾ? ਐਂਡ ਵਿੱਚ ਕਰਮ ਉਹਦੇ ਕਿਉਂ ਜੇ ਸਨ, ਉਹਦੇ ਕੀ ਕੀਤਾ ਉਸਨੇ? ਤੇ ਲੋਕ ਹੁਣ ਤੱਕ ਕਿਸ ਤਰ੍ਹਾਂ ਯਾਦ ਕਰਦੇ ਨੇ ਉਸਨੂੰ? ਹਾਲੇ ਤੱਕ ਪੁਤਲਾ ਜਲਾਇਆ ਜਾਂਦਾ ਉਹਦਾ, ਉਹਦੀ ਕੋਈ ਤਾਰੀਫਾਂ ਨਹੀਂ ਬਹੁਤੀਆਂ ਹੁੰਦੀਆਂ। ਕਿਉਂ ਨਹੀਂ ਹੁੰਦੀਆਂ? ਕਿਉਂਕਿ ਜੇ ਭਗਤੀ ਦੇ ਮਾਰਗ ਤੇ ਚੱਲਦਾ, ਜੇ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦਾ, ਤੇ ਫਿਰ ਬੁਰੇ ਕੰਮ ਨਾ ਕਰਦਾ, ਉਹਦੇ ਵਿੱਚੋਂ ਫਿਰ ਉਹਦੇ ਆਪਣੇ ਕਰਮ ਨਾ ਹੁੰਦੇ, ਫਿਰ ਪ੍ਰਮਾਤਮਾ ਦੇ ਹੁਕਮ ਅਨੁਸਾਰ ਕਰਮ ਕਰਦਾ ਸਾਰੇ। ਤੇ ਜਿਹੜੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਕਰਮ ਕਰਦੇ ਨੇ, ਉਹ ਫਿਰ ਇਹੋ ਜਿਹੇ ਘਿਨੌਣੇ ਕੰਮ ਨਹੀਂ ਕਰਦੇ ਜਿਹੜੇ ਉਸਨੇ ਕਰਕੇ ਦਿਖਾਏ। ਜਿਹੜੇ ਹਿਸਟਰੀ 'ਚ ਤੁਹਾਨੂੰ ਬੜੀਆਂ ਐਗਜ਼ਾਮਪਲ ਇਹੋ ਜਿਹੀਆਂ ਮਿਲਣਗੀਆਂ। ਲੇਕਿਨ ਕ੍ਰਕਸ ਇਹ ਹੈ ਇਸ ਮੈਟਰ ਦਾ, ਹੁਣ ਇਹਨੂੰ ਐਕਸੈਪਟ ਕਰਨਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈ ਕਿ ਦੁਨੀਆ ਦੀ ਹਰ ਚੀਜ਼ ਬੰਦੇ ਨੂੰ ਮਿਲ ਜਾਵੇ, ਅਗਰ ਹਰ ਚੀਜ਼ ਤੁਹਾਨੂੰ ਪ੍ਰਾਪਤੀ ਹੋ ਜਾਵੇ, ਪਰ ਜੇ ਉਹਦਾ ਪਿਆਰ ਤੁਹਾਨੂੰ ਨਹੀਂ ਮਿਲਿਆ ਨਾ, ਜੇ ਪ੍ਰੇਮਾ ਭਗਤੀ ਦਾ ਦਾਨ ਤੁਹਾਡੀ ਝੋਲੀ 'ਚ ਨਹੀਂ ਪਿਆ, ਜੇ ਕੀਰਤਨ ਵਰਗੀ ਦਾਤ ਤੁਹਾਡੀ ਝੋਲੀ 'ਚ ਨਹੀਂ ਪਈ, ਜੇ ਬਾਣੀ ਨਾਲ ਪਿਆਰ ਤੁਹਾਡਾ ਨਹੀਂ ਪਿਆ, ਜੇ ਸਤਸੰਗ ਵਿੱਚ ਨਹੀਂ ਪਿਆਰ ਪਿਆ ਤੁਹਾਡਾ, ਤੇ ਮੋਖ ਦੁਆਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੇ ਤੁਸੀਂ ਕਹੋਗੇ ਜੇ ਮੋਖ ਦੁਆਰ ਦੀ ਪ੍ਰਾਪਤੀ ਨਾ ਹੋਈ ਤਾਂ ਵੀ ਕੀ ਹੈ? ਫਿਰ ਇਹ ਹੈ ਕਿ ਫਿਰ ਦੁਬਾਰਾ ਦੁੱਖ ਭੋਗਣੇ, ਫਿਰ ਤੁਸੀਂ ਫਿਰ ਐਕਸੈਪਟ ਕਰ ਲਓ ਕਿ ਮੈਂ ਆਪਣੀ ਲਾਈਫ ਵਿੱਚ ਦੁੱਖ ਜਿਹੜੇ ਬਾਰ-ਬਾਰ ਭੋਗਾਂਗਾ। ਫਿਰ ਆਸਾ ਦੀ ਵਾਰ ਦੀਆਂ ਨੰਬਰ 12 ਜਿਹੜੀ ਪੌੜੀ ਵਿੱਚ ਫਿਰ ਬਾਰ-ਬਾਰ ਸਰੀਰ ਵਟਾਏਗਾ ਆਪਣੇ, ਹੈ ਨਾ। ਨਾਨਕ ਮੇਰ ਸਰੀਰ ਕਾ ਇੱਕ ਰਥ, ਉਹ ਫਿਰ ਇੱਕ ਰਥ ਵਾਓ, ਉਹ ਫਿਰ ਬਾਰ-ਬਾਰ ਜੁਗ ਫਿਰ ਵਟਾਈਏ ਵਾਲੀ ਹਾਲਤ ਹੋਏਗੀ ਉਸਦੀ। ਗਿਆਨੀ ਬੁਝੇ ਤਾਂ ਹੀ ਹੈ, ਲੇਕਿਨ ਹੈ ਤੇ ਜੁਗ ਫੇਰ ਵਟਾਈਏ ਹੈ। ਮਹਾਰਾਜ ਇੱਥੇ ਸਮਝਾਉਂਦੇ ਹਨ ਇਸ ਪੌੜੀ ਵਿੱਚ ਕਿ ਚੰਗਾ ਨਾ ਕਮਾ ਲੈਣਾ, ਬਹੁਤੀ ਪੜ੍ਹਾਈ ਕਰ ਲੈਣੀ, ਇਤਨੇ ਆਪਣੇ ਵਿੱਚ ਦੁਨਿਆਵੀ ਗੁਣ ਪੈਦਾ ਕਰ ਲੈਣੇ ਕਿ ਦੂਸਰੇ ਤੁਹਾਡੇ ਨਾਲ ਚੱਲਣ, ਦੂਸਰੇ ਤੁਹਾਡੀ ਸਿਫਤ ਕਰਨ, ਦੂਸਰੇ ਤੁਹਾਡੀ ਸਿਫਤਾਂ ਵਿੱਚ ਅੱਗੇ ਚਲੇ ਜਾਣ ਬੜੇ। ਜੇ ਪ੍ਰੇਮਾ ਭਗਤੀ ਤੋਂ ਵਿਹੂਣਾ ਹੈ ਉਹ ਬੰਦਾ, ਜੇ ਉਹਦੀ ਨਜ਼ਰ ਉਹਦੇ ਉੱਤੇ ਨਹੀਂ ਹੋਈ, ਜੇ ਉਹਦੀ ਕਿਰਪਾ ਤੇ ਪਾਤਰ ਤੁਸੀਂ ਨਹੀਂ ਬਣੇ, ਤੇ ਤੁਹਾਡੀ ਹਾਲਤ ਫਿਰ ਬਹੁਤ ਨੀਵੀਂ ਹੈ। ਤੁਹਾਡੀ ਹਾਲਤ ਬਹੁਤ ਨੀਵੀਂ ਹੈ। ਨੀਵੀਂ ਕਿਉਂ ਹੈ ਹਾਲਤ? ਕਿਉਂਕਿ ਤੁਹਾਨੂੰ ਫਿਰ ਉਹਨਾਂ ਕਰਮਾਂ ਦੇ ਜਿਹੜੇ ਕਰਮ ਤੁਸੀਂ ਕੀਤੇ ਹਨ, ਹੌਂ ਧਾਰ ਕੇ ਉਹਨਾਂ ਦਾ ਫਲ ਤੁਹਾਨੂੰ ਭੁਗਤਣਾ ਪੈਂਦਾ ਫਿਰ ਤੁਹਾਨੂੰ। ਤੇ ਮਹਾਰਾਜ ਇਸ ਗੱਲ ਤੋਂ ਰੋਕਦੇ ਹਨ, ਤੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ, ਭਾਵ ਫਿਰ ਬਹੁਤ ਨੀਵੀਂ ਹਾਲਤ ਵਿੱਚ ਬੰਦਾ ਹੁੰਦਾ ਹੈ। ਇਤਨੀ ਨੀਵੀਂ ਹੁੰਦੀ ਹੈ ਕਿ ਜਿਹੜੇ ਦੋਸ਼ੀ ਜਿਹੜੇ ਹਨ, ਦੋਸੀ ਦੋਸਤ ਰੇ ਮਨੇ ਜਿਹੜੇ ਅਪਰਾਧੀ ਜਿਹੜੇ ਹਨ, ਉਹਨਾਂ ਨੂੰ ਵੀ, ਅਪਰਾਧੀਆਂ ਨੂੰ ਵੀ ਉਹ ਅਪਰਾਧੀ ਲੱਗਦਾ ਹੈ, ਭਾਵ ਕੋਈ ਖਾਸ ਵੈਲਿਊ ਉਸ ਚੰਦੇ ਦੀ ਹੋ ਨਹੀਂ ਸਕਦੀ ਉਹਦੀ, ਹੈ ਨਾ। ਕਿਤਨੇ ਵੱਡੇ ਦੁਨੀਆ 'ਚ ਰਾਜੇ ਪੈਦਾ ਹੋਏ ਹਨ, ਕਿਤਨੇ ਵੱਡੇ ਆਏ, ਕਿਤਨੇ ਵੱਡੇ ਗਏ। ਔਰੰਗਜ਼ੇਬ ਵਰਗੇ ਆਏ, ਹੈ ਨਾ, ਨੇਪੋਲੀਅਨ ਵਰਗੇ ਆਏ, ਹਿਟਲਰ ਵਰਗੇ ਆਏ, ਕਿਤਨੇ ਵੱਡੇ ਆਏ, ਕੁਈਨ ਵਿਕਟੋਰੀਆ ਵਰਗੇ ਆਏ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਰਾਜ ਕੀਤਾ, ਹਾਂਜੀ। ਤੇ ਅੱਜ ਕੋਈ ਉਹਨਾਂ ਦੇ ਕੋਈ ਉਹ ਪੋਜੀਸ਼ਨ ਤੇ ਨਹੀਂ ਅਟੇਨ ਕਰ ਸਕੇ ਨਾ ਕਿ ਦੁਨੀਆ ਦੇ ਬੱਚੇ ਤੇ ਉਹਨਾਂ ਜ਼ਬਾਨ ਦੇ ਉੱਤੇ ਉਹਦਾ ਨਾਂ ਹੋਵੇ। ਪਰ ਜਿਹੜੇ ਇਸ ਦੁਨੀਆ ਵਿੱਚ ਆਏ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਨੂੰ ਪ੍ਰੇਰਿਤ ਕਰਨ ਵਾਸਤੇ ਆਏ ਹਨ, ਗੁਰੂ ਨਾਨਕ ਵਰਗੇ ਆਏ ਹਨ, ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਵਰਗੇ ਆਏ ਹਨ, ਜਿਹੜੇ ਰਾਮ ਔਰ ਕ੍ਰਿਸ਼ਨ ਵਰਗੇ ਆਏ ਹਨ, ਜਿਹੜੇ ਉਹਦੇ ਭੇਜੇ ਹੋਏ ਅਵਤਾਰੀ ਪੁਰਖ ਜਿਹੜੇ ਆਏ ਹਨ,
जीसस वर्गे आए हैं, मोहम्मद साहब वर्गे जड़े बड़े आए हैं, उन्होंने दुनिया याद रखती है हमेशा। क्यों? उन्होंने परमात्मा तरफ प्रेरित किया लोगों को, उन्होंने प्रेरित करके तो उन्होंने उसकी खुशी का पात्र बनाया है। ते महाराज इत्थे मैं रुक जाना एक सेकंड वास्ते, देखा जी थॉट प्रोसेस जी डेवलप होंदी पई है हुण तक, कोई क्वेश्चन ना होवे कोई किसी नु है थोड़ी जी, मतलब कि इट्स डिफिकल्ट टू एक्सेप्ट इट इफ यू हैव नॉट टेकन द फर्स्ट स्टेप टुवर्ड्स अ स्पिरिचुअल पाथ दो। बट एक गल दी क्लैरिटी मैं कर दियां कि जितना कुछ दुनिया च उसी अचीव कर ले बंदा, लेकिन अगर ए अचीव ना होया तो फिर उस अचीवमेंट दी वैल्यू बिल्कुल जीरो है सारी। वो संत बाबा अतर सिंह होरी हमेशा क्या करते सन गल, किताबां पढ़ी है कि जिन्ने मर्जी जीरो होवन, जीरो जिन्ने मर्जी जीरो लगा लो, जीरो की कोई वैल्यू नहीं जब तक वन अगे पिछे लगे ना। जे लेफ्ट साइड ते वन लगेगा तो फिर उन्हें जीरो दी वाह वाह है, ते जे फिर वो नहीं तो फिर जीरो ही है सारा, सब कुछ जीरो है। पर जे वो एका खड़ा हो जाए नाल, जे उस एके दे नाल खड़े हो जाए तो फिर उन्हें फिर चार चंद हैं जीरो ते। सुखमनी साहब दियां भी तुकां विच महाराज प्रेरित करदे हन इन्हां गल नूं कि बिरथी साखत की आरजा वर्ड आए हैं ते साच बिना को होवत सूचा, बिरथा नाम बिना तन अंध विवर्ड आए हैं, मुख आवता के दुर्गंध। क्योंकि जितनी मर्जी सुगंधी पैदा कर लवे, नाम ते भी हुणे बंदे विच दुर्गंधी दुर्गंधी है सारी। क्योंकि इज्जत दा मान दा पात्र बनना, उसदी मेहर लैनी, ਇਹ ਸਿੱਖ ਦਾ ਸਭ ਤੋਂ ਵੱਡਾ ਕੰਮ ਹੈ। ਉਹਦੀ ਮਿਹਰ ਦਾ ਪਾਤਰ ਹੋ ਜਾਣਾ, ਭਾਵ ਉਹਨਾਂ ਵਿੱਚ ਆਪਣਾ ਨਾਮ ਸ਼ਾਮਿਲ ਕਰ ਲੈਣਾ। So मैं तो रुक जाए एक सेकंड वास्ते, let me see if anybody has any comments or questions before. सुरेंद्र जी, इवन गुरु अर्जन देव जी का भी शब्द है ना, अति सुंदर कुलीन चतुर मुख ज्ञानी धनवंत, बिल्कुल मृतक कहिए नानका जिस प्रीत नहीं भगवंत। मरे इज अ डेड बॉडी, if he has everything but प्यार ही नहीं पैदा होया वाहिगुरू दा नाम। So इत्थे भी बिल्कुल थैंक यू कमल जी फॉर शेयरिंग दैट। 52 अखरी विचों ਇਹ वाला श्लोक है। और ਇੱਥੇ ਵੀ ਗੱਲ ਉਹੀ ਹੁੰਦੀ ਪਈ ਹੈ ਜੋ ਕਮਲ ਜੀ ਨੇ ਕਹੀ ਹੈ। ਇੱਥੇ ਹੁਣ ਇਹ ਗੱਲ ਹੈ ਕਿ ਸਾਡਾ ਮਨ ਐਕਸੈਪਟ ਨਹੀਂ ਕਰਦਾ, that is the problem। ਜਪਜੀ ਦੀਆਂ ਤੁਕਾਂ ਤੇ ਰੋਜ਼ ਪੜ੍ਹਦੇ ਹਾਂ, ਬਟ ਮਨ ਹਾਲੇ ਮੰਨਦਾ ਨਹੀਂ ਇੰਨੀ ਜਲਦੀ। ਮਨ ਹਾਲੇ ਵੀ ਕਹਿੰਦਾ ਕਿ ਨਹੀਂ ਇਹ ਗੱਲ ਨਹੀਂ ਹੈ। ਚੰਗਾ ਨਾ ਰਖਾਇ ਕੇ ਜਸ ਕੀਰਤ ਜੇ ਲੱਗੇ ਜੇ ਹੋ ਜਾਵੇ ਤੇ ਫਿਰ ਮੈਂ ਨਹੀਂ ਕੀੜਾ ਨਹੀਂ ਹੈ, ਮੈਂ ਕੀਟਾ ਅੰਦਰ ਕੀਟ ਨਹੀਂ ਹੈ, ਨੀਵੀਂ ਨਹੀਂ ਹੈ ਮੇਰੀ ਹਾਲਤ। ਪਰ ਇਹ ਹੈ ਕਿ ਜਿਹੜਾ ਨਾਮ ਤੋਂ ਵੀ ਹੁਣੇ ਜਿਹੜੇ ਹਨ, ਜਿਹੜੇ ਪ੍ਰਮਾਤਮਾ ਤੋਂ, ਉਹ ਵਾਕਈ ਹੀ ਨੀਵੇਂ ਹਨ ਬੜੇ ਲੋਕ। ਕਿਉਂ ਨੀਵੇਂ ਹਨ? ਕਿਉਂਕਿ ਉਹਨਾਂ ਤੇ ਦੁੱਖ ਭੋਗਣੇ ਪੈਂਦੇ ਹਨ ਆਪਣੇ ਕਰਮਾਂ ਦੇ। ਤੇ ਜਿਹੜੇ ਨਾਮ ਵਾਲੇ ਹਨ ਤੇ ਉਹ ਕਿਉਂਕਿ ਬਖਸ਼ਿੰਦ ਹੈ, ਉਹ ਕਿਉਂਕਿ ਉਹਦਾ ਬਿਰਧ ਹੈ ਬਖਸ਼ਿਸ਼ ਕਰਨਾ ਉਹਦੀ। ਤੋਂ ਮਾੜੇ ਕੰਮ ਕੀਤੇ ਹੋਏ ਵੀ ਪ੍ਰਮਾਤਮਾ ਦੇ ਨਾਮ ਲੱਗਣ ਨਾਲ ਉਹ ਮਾੜੇ ਤੋਂ ਮਾੜੇ ਕੰਮ ਜਿਹੜੇ ਹਨ ਉਹ ਦੂਤ ਪਾਪ ਨਸ਼ਟ ਹੋ ਜਾਂਦੇ ਹਨ ਸਾਰੇ। I'm going to stop here and see if anybody else has to say anything at all before we move forward। ਹਾਲੇ ਥੋੜਾ ਜਿਹਾ ਦੋ ਚਾਰ ਲਾਈਨਾਂ ਹਨ, 2-3 ਲਾਈਨਾਂ ਹੋਰ to discuss, but crux ਇਹੀ ਹੈ ਮੈਟਰ ਦਾ ਜੋ ਹੁਣ ਤੱਕ ਡਿਸਕਸ ਕਰ ਆਏ ਹਾਂ ਜਿਹੜਾ। ਹਾਂਜੀ, anybody else wants to say something or comment or anything like that? So issue ਇਹ ਹੈ ਕਿ ਜੇ ਉਹ ਕਰਨ ਕਰਾਉਣ ਵਾਲਾ ਹੈ ਸਾਰਾ ਕੁਝ, ਤੇ ਇਹ ਮਹਾਰਾਜ ਇਹ ਦੱਸੋ ਜੇ ਕੋਈ ਬਹੁਤ ਨੀਵਾ ਹੋਵੇ, ਇੱਥੇ ਵਰਡਾ ਹੈ ਕੀਟਾ ਅੰਦਰ ਕੀਟ, ਮਨੇ ਨੀਵੇਂ ਤੋਂ ਨੀਵਾ ਹੈ ਉਹ ਬੰਦਾ। ਮਹਾਰਾਜ ਇਹ ਦੱਸੋ ਜੇ ਨੀਵੇਂ ਤੋਂ ਨੀਵਾ ਹੋਵੇ ਕਿ ਫਿਰ ਵੀ ਉਹ ਬਚ ਸਕਦਾ ਹੈ, ਫਿਰ ਵੀ ਉਹਨੂੰ ਬਚਾਇਆ ਜਾ ਸਕਦਾ ਹੈ, ਕਿ ਫਿਰ ਵੀ ਉਹਦੀ ਕੋਈ ਹੈ, ਉਹਦੀ ਔਕਤ ਬਚ ਸਕਦਾ। ਮਹਾਰਾਜ ਕਹਿੰਦੇ ਬਿਲਕੁਲ ਬਚ ਸਕਦਾ ਹੈ, ਕਿਉਂਕਿ ਉਹਦੇ ਵਿੱਚ ਇੱਕ ਹੋਰ ਗੁਣ ਹੈ, ਨਾਨਕ ਨਿਰਗੁਣ ਗੁਣ ਕਰੇ। हे ਨਾਨਕ, हे ਮੇਰੇ ਨਾਨਕ, ਉਹਨਾਂ ਨਿਰਗੁਣਿਆਂ ਵਿੱਚ ਜਿਹਦੇ ਚ ਕੋਈ ਗੁਣ ਨਹੀਂ ਹੈ, ਉਹ ਸਾਰੇ ਗੁਣ ਭਰ ਸਕਦਾ ਹੈ ਉਹਨਾਂ ਵਿੱਚ। ਜਿਨ੍ਹਾਂ ਚ ਕੋਈ ਗੁਣ ਨਹੀਂ ਹੈ, ਜਿਨ੍ਹਾਂ ਚ ਕੋਈ ਕਿਸੇ ਕਿਸਮ ਦੀ, ਜਿਨ੍ਹਾਂ ਵਿੱਚ ਨਾ ਨਿਮਰਤਾ ਹੈ, ਨਾ ਭਗਤੀ ਹੈ, ਨਾ ਵੈਰਾਗ ਹੈ, ਨਾ ਸੇਵਾ ਕਰਨ ਦਾ ਭਾਗ ਹੈ। ਮਹਾਰਾਜ ਜੇ ਤੁਹਾਡੀ ਕਿਰਪਾ ਹੋ ਜਾਵੇ
ਉਹ ਕਹਿੰਦੇ ਜੇ ਤੁਹਾਡੀ ਕਿਰਪਾ ਹੋ ਜਾਵੇ ਤੇ ਫਿਰ ਨੀਵੇਂ ਤੋਂ ਨੀਵਾਂ ਬੰਦਾ ਵੀ ਉਹ ਹਾਲਤ, ਉਹ ਉੱਚੀ ਤੋਂ ਉੱਚੀ ਹਾਲਤ ਫਿਰ ਹਾਸਲ ਕਰ ਸਕਦਾ ਹੈ ਪ੍ਰਭੂ ਦਾ। ਤੇ ਇਹ ਫਿਰ ਜੇ ਪੁੱਛਣਾ ਹੋਵੇ ਤੇ ਫਿਰ ਭਾਈ ਦਇਆ ਸਿੰਘ ਕੋਲ ਪੁੱਛੋ, ਪੰਜ ਪਿਆਰਿਆਂ ਤੋਂ, ਉਹਨਾਂ ਤੋਂ ਪੁੱਛੋ। ਫਿਰ ਮਹਾਰਾਜ ਤੁਸੀਂ ਇਹਨਾਂ ਨੂੰ ਕੀ ਬਖਸ਼ਿਆ? ਤੁਸੀਂ ਕਲਗੀਧਰ ਪਿਤਾ ਕੋਲ ਪੁੱਛੋ, ਇਹਨਾਂ ਨੇ ਤੁਸੀਂ ਕੀ ਦਿੱਤਾ? ਤੁਸੀਂ ਇਹਨਾਂ ਨੂੰ ਭਾਈ ਧਰਮ ਸਿੰਘ ਇਹਨਾਂ ਕੋਲ ਪੁੱਛੋ, ਮਹਾਰਾਜ ਤੁਸੀਂ ਕੀ ਦਿੱਤਾ ਇਹਨਾਂ ਨੂੰ, ਹੈ ਨਾ, ਕੀ ਪ੍ਰਾਪਤੀ ਹੋਈ? ਫਿਰ ਭਾਈ ਲਹਿਣਾ ਜਿਹੜੇ ਗੁਰੂ ਅੰਗਦ ਦੇਵ ਜੀ ਬੜੇ, ਉਹਨਾਂ ਕੋਲੋਂ ਪੁੱਛੋ ਵੀ ਇਹ ਕਿਹੜੀ ਚੀਜ਼ ਦੇ ਦਿੱਤੀ, ਕਿੱਥੇ ਤੇ ਕਿੱਥੇ ਤੁਸੀਂ ਪਹੁੰਚਾ ਦਿੱਤਾ ਉਹਨਾਂ ਨੂੰ। ਨਾਨਕ ਨਿਰਗੁਣ ਗੁਣ ਕਰੇ, ਹੇ ਨਾਨਕ ਜੇ ਕੀਟਾਂ ਅੰਦਰ ਕੀਟ ਕਰਨ ਵਾਲੀ ਵੀ ਹਾਲਤ ਹੋ ਜਾਵੇ, ਇੱਥੇ ਆਪਟਿਮਿਜ਼ਮ ਹੈ ਬਹੁਤ ਵੱਡੀ, ਇੱਥੇ ਇੱਕ ਆਪਟਿਮਿਸਟਿਕ ਵਿਊ ਪੁਆਇੰਟ ਹੈ ਬਹੁਤ ਵੱਡਾ। ਉਹ ਇਹ ਹੈ ਕਿ ਕਦੀ ਤੁਸੀਂ ਲੇਟ ਕਦੀ ਵੀ ਨਹੀਂ, ਨੈਵਰ, ਅੱਜ ਵੀ ਲੇਟ ਨਹੀਂ ਹੈ ਕੋਈ ਵੀ। Doesn't matter what has happened in the past. It means nothing what has happened in the past. और ਜਿਹੜੇ past ਵਿੱਚ ਜਿਹੜੇ ਮਾਜ਼ੀ ਵਿੱਚ ਜਿੰਦੇ ਹਨ, ਉਹ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਆਪਣੀ। Past doesn't matter. It's what's in the future and what's present. That what is coming and what is happening right now. That's what's important. ਜੋ ਹੋ ਗਿਆ ਸੋ ਹੋ ਗਿਆ, ਉਹ ਤੇ ਕੁਝ ਨਹੀਂ ਕਰ ਸਕਦਾ, ਪਰ ਉਹ ਬਹੁਤ ਵੱਡਾ ਬਖਸ਼ਿੰਦਾ ਹੈ। ਇਸ ਵਾਸਤੇ वर्ड इत्थे तक गुरबाणी च आए हैं कि जाको अपनी करे बख्शीश ताका लेखा ना गणे जगदीश। ओदे फिर प्लस माइनस नहीं देखे जाते, वो प्लस माइनस जो सारे प्लस हो जाते, माइनस भी प्लस हो जाते। टीचर की मर्जी है ना, देखो जी टीचर हुण तुसीं लिखिया होवे बुरा नीट, ओ सी वाला ऐसे होए ते उहनूं तके नहीं यार बंदा ने मेहनत बड़ी कीती है, सी नहीं इहनूं बी डिजर्व करदा है, ते बी वाला ऐसे लिखिया होवे ते ए भी मिल सकदा उसनूं। टीचर ते डिपेंड, मालिक ते डिपेंड करदा ओहदा सारा। महाराज इत्थे ही गल कहंदे हन कि निराश होने की लोड़ नहीं है। जे कीटा अंदर कीटकर दोषी दोस्त तरे वाली लाइन विच खड़े हो ते हुण भी निर्गुण नानक निर्गुण गुण करे उस लाइन च आ सकदा। तुसीं कोई आण च कोई 1 सेकंड लगदा आंदे हो, मन बनांदे टाइम लगदा बस कि हाँ मैं उस लाइन च आना, मैं मेरे ते कृपा दृष्टि करो तुसीं। तो नानक निर्गुण गुण करे ते कि महाराज कहते जेड़े ऑलरेडी गुणी हैं, जेड़े ऑलरेडी गुणी हैं उन्होंने गुणवंतियां कहते हैं, उन्होंने गुण होर गुण दे सकता है। भाई नंद लाल जी की जीवनी नूं लवो, भाई नंद लाल जो आनंदपुर साहब जाते हैं ते शुरू तो थोड़ी थी बिरती ते है सी ना, स्पिरिचुअलिज्म की तरफ बिरती ते है, सियासत की वार कीर्तन ते सुनते सन, वाइफ उन्हां दी सिख सी, उन्हां दी इस तरफ झुकाव ते बहुत सी उन्हां ते ਇਹੋ ਜਿਹੇ ਝੁਕਾਵ ਵਾਲੇ ਆਲਰੇਡੀ ਥੋੜੇ ਗੁਣਾਂ ਨਾਲ ਭਰਪੂਰ ਬੰਦੇ ਜਦੋਂ ਉਹਨਾਂ ਦੇ ਦਰਬਾਰ ਜਾਂਦੇ ਹਨ ਉਹ ਫਿਰ ਕਿੱਥੇ ਪਹੁੰਚ ਜਾਂਦੇ, ਉਹਨਾਂ ਦੀ ਤੇ ਲਿਮਿਟ ਹੀ ਛੋੜ ਦਿਓ ਤੁਸੀਂ। ਉਹ ਤੇ ਅਲੱਗ ਲੈਵਲ 'ਚ ਪਹੁੰਚ ਜਾਂਦੇ ਹਨ। ਮੈਂ ਤੇ ਉਹਨਾਂ ਦੀ ਗੱਲ ਕਰਦਾ ਪਿਆ ਜਿਨ੍ਹਾਂ 'ਚ ਕੋਈ ਗੁਣ ਨਾ ਹੋਵੇ, ਉਹਨਾਂ ਵਿੱਚ ਹੀ ਗੁਣ ਪੜ ਸਕਦਾ ਹੋ। ਪਰ ਮਹਾਰਾਜ ਕਹਿੰਦੇ ਨੇ ਗੁਣਵੰਤੀਆਂ ਗੁਣ ਦੇ ਭਾਵ ਜਿਹੜੇ ਆਲਰੇਡੀ ਜਿਨ੍ਹਾਂ ਵਿੱਚ ਗੁਣ ਹੈ ਉਹਨਾਂ ਨੂੰ ਹੋਰ ਗੁਣ ਦੇ ਕੇ ਹੋਰ ਉੱਚਾ ਤੋਂ ਉੱਚਾ ਵਧਾ ਸਕਦਾ ਹੋ, ਜੇ ਉਹ ਚਾਹੇ ਤੇ ਜੇ ਉਹਦੀ ਨਜ਼ਰ ਹੋ ਜਾਵੇ। ਤੇ ਬਾਕੀ ਜਿਤਨੇ ਮਰਜ਼ੀ ਤੁਸੀਂ ਵੱਡੇ ਹੋ ਜਾਓ, ਜਿਤਨੀਆਂ ਮਰਜ਼ੀਆਂ ਪੜ੍ਹਾਈਆਂ ਕਰ ਲਵੋ, ਜਿਤਨੇ ਮਰਜ਼ੀ ਵੱਡੇ ਤੋਂ ਵੱਡੀ ਉਹਦਾ ਹਾਸਲ ਕਰ ਲਵੋ, ਵੱਡੀ ਤੋਂ ਵੱਡੀ ਪ੍ਰਸ਼ੰਸਾ ਹਾਸਲ ਕਰ ਲਵੋ, ਦੁਨੀਆ ਤੁਹਾਡੇ ਪਿੱਛੇ ਚੱਲਣੀ ਸ਼ੁਰੂ ਹੋ ਜਾਵੇ, ਜੇ ਉਹਦੇ ਨਜ਼ਰ ਦੇ ਪਾਤਰ ਨਹੀਂ ਬਣੇ, ਜੇ ਪ੍ਰੇਮਾ ਭਗਤੀ ਵਾਲਾ ਗੁਣ ਤੁਹਾਡੇ 'ਚ ਨਹੀਂ ਆਇਆ, ਜੇ ਉਹਨਾਂ ਦਾ ਸੰਗ ਨਹੀਂ ਕੀਤਾ, ਜੇ ਜੁੜਿਆਂ ਦੀ ਸੰਗਤ ਨਹੀਂ ਮਿਲੀ, ਜੇ ਕੀਰਤਨ ਵਾਲੇ ਰਸ ਨੂੰ ਐਕਸਪੀਰੀਅੰਸ ਨਹੀਂ ਕੀਤਾ, ਜੇ ਮਹਾਰਾਜ ਨਾਲ ਜੇ ਬਾਣੀ ਨਾਲ ਜੁੜਿਆ ਨਹੀਂ, ਜਿਹੜਾ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਿਹਨੇ, ਜਿਹੜੇ ਜ਼ਿੰਦਗੀ ਨੂੰ ਆਪਣੀ ਉਸ ਰਜ਼ਾ ਵਿੱਚ ਨਹੀਂ ਢਾਲਿਆ ਜਿਸਨੇ, ਉਹਦੀ ਅਵਸਥਾ ਬਹੁਤ ਛੋਟੀ ਹੈ, ਉਹਦੀ ਅਵਸਥਾ ਬਹੁਤ ਨੀਵੀਂ ਹੈ, ਛੋਟੀ ਤੋਂ ਛੋਟੇ ਕੀੜੇ ਵਰਗੀ ਅਵਸਥਾ ਹੈ। ਭਾਵ ਕੋਈ ਵੈਲਿਊ ਨਹੀਂ, ਉਹਦੇ ਜਾਣ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ। ਨੈਪੋਲੀਅਨ ਚਲਾ ਗਿਆ ਕੀ ਫਰਕ ਪਿਆ, ਔਰੰਗਜ਼ੇਬ ਚਲਾ ਗਿਆ ਕੀ ਫਰਕ ਪਿਆ, ਬਾਬਰ ਚਲਾ ਗਿਆ ਕੀ ਫਰਕ ਪਿਆ, ਅੱਛੇ ਰਾਜਿਆਂ ਵਿੱਚ ਵੀ ਉਹ ਵੀ ਚਲੇ ਗਏ ਤੇ ਕੀ ਫਰਕ ਪੈ ਗਿਆ? ਹਾਂਜੀ, ਕੋਈ ਫਰਕ ਨਹੀਂ ਪਿਆ ਇੱਥੇ, ਉੱਥੇ ਤਾਂ ਉੱਥੇ ਹੀ ਹੈ ਸਾਰਾ। ਉਹਨੂੰ ਜਾਂ ਹਿਸਟਰੀ ਦੇ ਬੁੱਕਸ ਉਹਨਾਂ ਦਾ ਨਾਂ ਆਇਆ ਹੈ, ਪਰ ਕਬੀਰ ਕੌਣ ਸਨ ਉਹਨਾਂ ਨੂੰ ਦੇਖੋ ਜ਼ਰਾ, ਹੈ ਨਾ, ਕਿੰਨੇ ਅਮੀਰ ਸਨ ਉਹ, ਕਿਹੜੇ ਵੱਡੇ ਰਾਜ ਭਾਗ ਸਨ ਉਹਨਾਂ ਕੋਲ, ਹੈ ਨਾ, ਕਿਹੜੇ ਕੋਈ ਵੱਡੇ ਕੋਈ ਕਿਸੇ ਖਾਨਦਾਨ ਜਨਮ ਲਿੱਤਾ ਉਹਨਾਂ ਨੇ, ਕਿਹੜੀਆਂ ਡਿਗਰੀਆਂ ਹਾਸਲ ਕੀਤੀਆਂ ਉਹਨਾਂ ਨੇ, ਤੇ ਹੁਣ ਤੱਕ ਨਾਮ ਹੈ, ਹੁਣ ਤੱਕ ਲੋਕ ਪੁੱਛਦੇ ਹਨ, ਸਿੱਖ ਵੀ ਪੁੱਛਦੇ ਹਨ, ਹਿੰਦੂ ਵੀ ਪੁੱਛਦੇ ਹਨ, ਮੁਸਲਮਾਨ ਵੀ ਪੁੱਛਦੇ ਹਨ। ਤੇ ਫਰੀਦ ਕੌਣ ਸਨ?
ਹੁਣ ਵੀ ਪਾਕਪਟਨ ਇੰਨਾ ਵੱਡਾ ਸਥਾਨ ਹੈ। ਫਰੀਦ ਕੌਣ ਸਨ? ਕੋੜ ਕੇ ਕੋਈ ਵੱਡੇ ਕੁਲ ਜਨਮ ਲਿੱਤਾ ਹੋਵੇ ਫਰੀਦ ਨੇ, ਕੋਈ ਵੱਡੀਆਂ ਡਿਗਰੀਆਂ ਲਿੱਤੀਆਂ ਹੋਣ ਫਰੀਦ ਨੇ, ਬਾਬਾ ਫਰੀਦ ਜੀ ਨੇ, ਕੋਈ ਵੱਡੇ ਕੋਈ ਰਾਜੇ ਹੋਣ ਕਿਸੇ ਜਗ੍ਹਾ ਦੀ, ਕੋਈ ਵੱਡੀਆਂ ਡਿਗਰੀਆਂ ਲੈ ਕੇ ਕਿਸੇ ਜਗ੍ਹਾ ਪੜ੍ਹਾਇਆ ਹੋਵੇ ਨੇ ਜਾਂ ਬੜਾ ਕੁਝ ਖਟਿਆ ਹੋਵੇ ਨੇ, ਇਹੋ ਜਿਹੀ ਗੱਲ ਤੇ ਨਹੀਂ ਕਿਧਰੇ। ਪਰ ਜ਼ਰਾ ਤੁਸੀਂ YouTube ਤੇ ਵੀਡੀਓ ਤੇ ਨਜ਼ਰ ਮਾਰਨਾ, ਪਾਕਪਟਨ ਲੱਖਾਂ ਦੀ ਤਾਦਾਦ ਦੀ ਦੁਨੀਆ ਜਾਂਦੀ ਹੈ ਉੱਥੇ ਰੋਜ਼ ਉਹਨਾਂ ਦੀ ਬਖਸ਼ਿਸ਼ ਲੈਣ ਵਾਸਤੇ। ਕਿਉਂ? ਕਿਉਂਕਿ ਜੁੜੇ ਹੋਏ ਸਨ। ਕਿਉਂ? ਕਿਉਂਕਿ ਉਹ ਨਦਰ ਦੇ ਪਾਤਰ ਬਣੇ, ਕਿਉਂਕਿ ਉਹਨਾਂ ਤੇ ਉੱਤੇ ਪ੍ਰਮਾਤਮਾ ਦੀ ਮਿਹਰ ਸੀ ਬੜੀ ਵੱਡੀ, ਕਿਉਂਕਿ ਉਹ ਆਪ ਜੁੜੇ ਹੋਏ ਸਨ, ਦੂਸਰਿਆਂ ਨੂੰ ਜੋੜਦੇ ਸਨ। ਇਸ ਵਾਸਤੇ ਗੁਰੂ ਨਾਨਕ ਮਹਾਰਾਜ ਨੇ ਬਾਣੀ ਵੀ ਠਾਂ ਦੇ ਦਿੱਤਾ। ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਦੇ ਹੋ, ਉੱਥੇ ਫਰੀਦ ਨੂੰ ਹੀ ਮੱਥਾ ਟੇਕਿਆ ਜਾਂਦਾ ਨਾਲ। ਉਹਨਾਂ ਦੀ ਇੰਪੋਰਟੈਂਸ ਗੁਰੂ ਵਰਗੀ ਹੈ, ਉਹਨਾਂ ਦੀ ਦਿੱਤੀਆਂ ਤੇ ਨਹੀਂ ਕੁਝ ਵੀ। ਤੇ ਜਿਹੜੇ ਵੱਡੇ ਤੋਂ ਵੱਡੇ ਹੋਏ ਨਾਲ, ਉਹਨਾਂ ਦੇ, ਮੈਂ ਕਹਿੰਦਾ ਉਹਨਾਂ ਦੇ ਸਮਕਾਲੀ ਜਿਹੜੇ ਹੋਏ, ਉਹਨਾਂ ਦੇ ਨਾਂ ਨਹੀਂ ਪਤਾ ਹੋਣਾ ਕਿ ਉਸ ਵੇਲੇ ਮਗਧ ਵਿੱਚ ਕਿਹਦਾ ਰਾਜ ਸੀ, ਜਾਂ ਉਸ ਵੇਲੇ ਇੰਡੀਆ ਕੌਣ ਰਾਜਾ ਸੀ, ਕਿਹੜਾ ਉਸ ਵੇਲੇ, ਕੋਈ ਕਿਸੇ ਨੂੰ ਨਹੀਂ ਪਤਾ। ਉਹਨਾਂ ਨੂੰ ਜ਼ਰੂਰ ਯਾਦ ਕਰਦੇ ਨੇ ਸਾਰੇ। ਸੋ ਇਹ ਇਸ ਗੱਲ ਦੀ ਪੁਸ਼ਟੀ ਹੈ, ਇਸ ਗੱਲ ਦੀ ਕਿ ਪ੍ਰੇਮਾ ਭਗਤੀ ਤੋਂ ਸਿਵਾਏ ਜਿਤਨੇ ਮਰਜੀ ਵੱਡੇ ਤੋਂ ਵੱਡਾ ਗੁਣ ਬੰਦਾ ਪੈਦਾ ਕਰ ਲਵੇ, ਇਸ ਪੌੜੀ ਦਾ ਇਹ ਸੰਦੇਸ਼ ਹੈ ਕਿ ਕਰਮ ਯੋਗ ਦੇ ਜਾਂ ਹਠ ਯੋਗ ਵਿੱਚ ਆ ਕੇ ਆਪਣੀ ਉਮਰਾਂ ਵਧਾ ਕੇ, ਆਪਣਾ ਨਾਂ ਉੱਚਾ ਕਰਕੇ, ਆਪਣੇ ਕਰਮਾਂ ਨਾਲ ਚੰਗੇ ਤੋਂ ਚੰਗੇ ਕਰਮ ਕਰਕੇ ਵੱਡੇ ਤੋਂ ਵੱਡਾ ਨਾਂ ਵੀ ਅਗਰ ਪੈਦਾ ਕਰ ਲਵੇ, ਜੇ ਉਹਦੀ ਨਜ਼ਰ ਦਾ ਪਾਤਰ ਨਾ ਬਣ ਪਾਇਆ, ਜੇ ਉਹਦੀ ਖੁਸ਼ੀ ਨਾ ਲੈ ਪਾਇਆ, ਤੇ ਉਹਦੀ ਖੁਸ਼ੀ ਲਏਗਾ ਤਾਂ ਜਦੋਂ ਹੁਕਮ ਰਜਾਈ ਚੱਲੇ। ਉਹਦੀ ਖੁਸ਼ੀ ਲਏਗਾ ਤਾਂ ਜਦੋਂ ਆਪਣੇ ਜੀਵਨ ਉਸ ਤਰ੍ਹਾਂ ਬਤੀਤ ਕਰੇਗਾ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਹਨ ਤੂੰ ਕਰ। ਤੇ ਜੇ ਉਹ ਸੇਵਾ ਸਿਮਰਨ ਚ ਜੁੜ ਕੇ ਉਹਦੀ ਖੁਸ਼ੀ ਲਵੇਗਾ, ਤੇ ਫਿਰ ਨਾਨਕ ਨਿਰਗੁਣ ਗੁਣ ਕਰੇ, ਤੇ ਜੇ ਬਗੈਰ ਗੁਣਾ ਤੋਂ ਵੀ ਆ ਕੇ ਅਰਦਾਸ ਕਰੇਗਾ ਤੇ ਸਾਰੇ ਗੁਣਾਂ ਨਾਲ ਭਰਪੂਰ ਕਰ ਦੇਣਗੇ ਉਸ। ਤੇ ਜੇ ਭਾਈ ਨੰਦ ਲਾਲ ਵਰਗੇ ਆਣਗੇ, ਜੇ ਉਹਨਾਂ ਵਰਗੇ ਆਣਗੇ ਜਿਨ੍ਹਾਂ ਚ ਆਲਰੇਡੀ ਗੁਣ ਸਨ ਥੋੜੇ ਬਹੁਤ, ਤੇ ਉਹ ਜੇ ਦਰਬਾਰ ਚ ਹਾਜ਼ਰ ਹੋ ਕੇ ਉੱਥੇ ਆਣਗੇ ਤੇ ਉਹਨਾਂ ਨੂੰ ਹੋਰ ਗੁਣਵੰਤੀਆਂ ਭਾਵ ਉਹਨਾਂ ਨੂੰ ਹੋਰ ਵੱਡੇ ਵੱਡੇ ਗੁਣ ਦੇ ਕੇ, ਤੇ ਦੇਖੋ ਭਾਈ ਨੰਦ ਲਾਲ ਕਿੱਥੇ ਸ਼ੁਰੂ ਹੋਏ ਤੇ ਉਹਨਾਂ ਦੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਲ ਗਿਣੀ ਜਾਂਦੀ ਹੈ। ਉਹਨਾਂ ਨੂੰ ਗੁਰੂਆਂ ਦੇ ਤੁਲ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਤੁਹਾਡਾ ਜਾਓ ਭਾਈ ਜੀ, ਭਾਈ ਸਾਹਿਬ ਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕੀਰਤਨ ਦਰਬਾਰ ਸਾਹਿਬ ਹੋ ਸਕੇਗਾ, ਉੱਥੇ ਤੁਹਾਡੀ ਬਾਣੀ ਦਾ ਕੀਰਤਨ ਵੀ ਉਸੇ ਤਰ੍ਹਾਂ ਪ੍ਰਵਾਨ ਕਰਨਗੇ ਸਿੱਖ। ਬਹੁਤ ਵੱਡਾ ਇੱਜ਼ਤਮਾਨ ਹੈ। ਉਸ ਦਰਜੇ ਦੀ ਇੰਪੋਰਟੈਂਸ ਮਿਲ ਜਾਣੀ। ਕਿਉਂ ਮਿਲੀ ਉਹਨਾਂ ਨੂੰ? ਕਿਉਂਕਿ ਭਗਤੀ ਵਾਲਾ ਰਸਤਾ ਅਪਣਾਇਆ ਉਹਨਾਂ ਨੇ, ਨਦਰ ਤੇ ਪਾਤਰ ਬਣੇ ਉਹ। ਤੇ ਲਾਸਟ ਲਾਈਨ ਤੇ ਬੜੀ ਕਮਾਲ ਦੀ ਹੈ ਕਿ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ। ਕਈ ਵਾਰੀ ਬੰਦਾ ਬਾਣੀ ਪੜ੍ਹ ਕੇ ਨਹੀਂ ਸੋਝੀ ਨਹੀਂ ਆਉਂਦੀ, ਉਹਨੂੰ ਨਹੀਂ ਧਿਆਨ ਨਾਲ ਪੜ੍ਹਦਾ ਚੀਜ਼ਾਂ। ਜਿਹੜੇ ਪਹਿਲੀਆਂ ਲਾਈਨਾਂ ਵਿੱਚ ਜਿਹੜੇ ਆਏ, ਜਿਨ੍ਹਾਂ ਦਾ ਜ਼ਿਕਰ ਆਇਆ ਨਾ, ਜਿਨ੍ਹਾਂ ਦਾ ਜੇ ਜੁਗ ਚਾਰੇ ਆਰਜਾ ਵਾਲੀ ਦਾ, ਇਹ ਬੰਦੇ ਇਹੀ ਸਮਝਦੇ ਹਨ ਕਿ ਗੁਣ ਦੇਣ ਵਾਲਾ ਪ੍ਰਮਾਤਮਾ ਨਹੀਂ ਹੈ, ਗੁਣ ਦੇਣ ਵਾਲਾ ਮੈਂ ਹਾਂ ਗੁਣ ਪ੍ਰਦਾਨ ਕਰਨ ਵਾਲਾ। ਚੰਗੇ ਤੋਂ ਚੰਗਾ ਡਾਕਟਰ ਮੈਂ ਬਣ ਸਕਦਾ ਪੜ੍ਹਾਈ ਨਾਲ ਕਰਕੇ, ਮੈਂ ਆਪਣੀ ਚੰਗੇ ਤੋਂ ਚੰਗਾ ਫਲਾਣੀ ਚੀਜ਼ ਮੈਂ ਕਰ ਸਕਦਾ, ਗੁਣ ਮੈਂ ਇਕੱਠੇ ਕਰ ਸਕਦਾ, ਮੈਨੂੰ ਕਿਸੇ ਦੀ ਲੋੜ ਨਹੀਂ ਕਿਸੇ। ਗੁਣ ਦੇਣ ਵਾਲਾ ਉਹ ਨਹੀਂ ਹੈ, ਗੁਣ ਦੇਣ ਵਾਲਾ ਮੈਂ ਖੁਦ ਹਾਂ। ਮੈਂ ਖੁਦ ਆਪਣੇ ਬਲਬੂਤੇ ਤੇ ਗੁਣ ਆਪਣੇ ਆਪ ਨੂੰ ਦੇ ਸਕਦਾ। ਮਹਾਰਾਜ ਇੱਥੇ ਚੇਤਾਵਨੀ ਦਿੰਦੇ ਹਨ ਲਾਸਟ ਲਾਈਨ ਵਿੱਚ ਕਿ ਤੇਹਾ ਕੋਈ ਨਾ ਸੁਝਹੀ। ਇਹੋ ਜਿਹਾ ਕੋਈ ਬੰਦਾ ਸੁਝ ਨਹੀਂ ਸਕਦਾ ਕਿਸੇ ਨੂੰ। ਇਹੋ ਜਿਹਾ ਬੰਦਾ ਤੁਹਾਡੇ ਦਿਮਾਗ 'ਚ ਕੋਈ ਗੱਲ ਆ ਨਹੀਂ ਸਕਦੀ ਉਸ ਬਾਰੇ ਕਿ ਜਿਹੜੇ ਉਸ ਤੋਂ ਸਿਵਾਏ ਕਿਸੇ ਨੂੰ ਕੋਈ ਗੁਣ ਦੇ ਸਕੇ। ਭਾਵ ਪ੍ਰਮਾਤਮਾ ਤੋਂ ਸਿਵਾਏ ਜੇ ਤਿਸ ਗੁਣ ਕੋਈ ਕਰੇ, ਜੇ ਕਿਸੇ ਹੋਰ ਨੂੰ ਗੁਣ ਦੇਣ ਵਾਲਾ ਸਿਰਫ ਪ੍ਰਮਾਤਮਾ ਹੈ, ਹੋਰ ਕੋਈ ਨਹੀਂ। ਗੁਣ ਦੇਣ ਵਾਲਾ ਜੁੜਿਆਂ ਦੀ ਸੰਗਤ ਵਿੱਚੋਂ, ਗੁਰਬਾਣੀ ਵਿੱਚੋਂ ਗੁਣ ਪ੍ਰਾਪਤ ਹੁੰਦੇ ਹਨ। ਆਪਣੇ ਆਪ ਨੇ ਤੁਸੀਂ ਗੁਣ ਉਹ ਦੇ ਨਹੀਂ, ਦੂਸਰਿਆਂ ਨੂੰ ਦੂਸਰਾ ਕੋਈ ਦੇਣ ਵਾਲਾ ਨਹੀਂ ਹੈ। ਤੁਹਾਡੀ ਸੋਝੀ ਵਿੱਚ ਨਹੀਂ ਆ ਸਕਦਾ, ਸੋਚ ਕੇ ਥੱਕ ਜਾਓਗੇ, ਪਰ ਉਹ ਗੁਣ ਦੇਣ ਵਾਲਾ ਸਿਰਫ ਇੱਕੋ ਹੀ ਗੁਣ ਦੇਣ ਵਾਲਾ ਹੈ। ਭਾਵ ਜਿਹੜੇ ਇੱਥੇ ਆ ਕੇ ਨਿਮਰਤਾ ਸਹਿਤ ਪ੍ਰਮਾਤਮਾ ਦਾ ਨਾਮ ਮੰਗਦੇ ਹਨ, ਜਿਹੜੇ ਨਾਮ ਨਾਲ ਜੁੜਦੇ ਹਨ, ਜਿਹੜੇ ਉਸ ਪ੍ਰੇਮਾ ਭਗਤੀ ਦਾ ਗੁਣ ਵਿੱਚੋਂ ਉਹ ਪ੍ਰਮਾਤਮਾ ਦੀ ਮੰਗਦੇ ਹਨ, ਜਿਹੜਾ ਉਸ ਨੂੰ ਇਹ ਗੁਣ ਪ੍ਰਾਪਤ ਹੁੰਦੇ ਹਨ। ਤੇ ਪੌੜੀ ਦਾ ਸਾਰ ਇਹ ਹੈ ਕਿ ਇੱਥੋਂ ਇਹ ਵਰਜਿਆ ਨਹੀਂ ਗਿਆ ਕਿ ਤੁਸੀਂ
ਤੁਸੀਂ ਐਜੂਕੇਸ਼ਨ ਨਾ ਅੱਛੀ ਲਵੋ, ਇਹ ਵਰਜਿਆ ਨਹੀਂ ਗਿਆ ਕਿ ਤੁਸੀਂ ਅਨਪੜ੍ਹ ਰਹੋ, ਇਹ ਵਰਜਿਆ ਨਹੀਂ ਗਿਆ ਕਿ ਤੁਸੀਂ ਆਪਣਾ ਨਾਮ ਨਾ ਕਮਾਓ, ਇਹ ਵਰਜਿਆ ਨਹੀਂ ਗਿਆ ਕਿ ਤੁਹਾਡੇ ਲੋਕ ਪਿੱਛੇ ਨਾ ਚੱਲਣ। ਵਰਜਿਆ ਇਸ ਗੱਲ ਤੋਂ ਗਿਆ ਕਿ ਇਹ ਕੁਝ ਕਰਕੇ ਵੀ ਜੇ ਤੁਸੀਂ ਨਹੀਂ ਆਏ ਇਸ ਰਸਤੇ ਤੇ ਉਹਦੀ ਨਜ਼ਰ ਦੀ ਪਾਤਰ ਨਹੀਂ ਬਣੇ ਤੇ ਫਿਰ ਤੁਹਾਡੀ ਵੈਲਿਊ ਆਲਮੋਸਟ ਨੈਗੇਟਿਵ ਹੈ। ਤੁਹਾਡੀ ਵੈਲਿਊ ਕੁਝ ਵੀ ਨਹੀਂ ਹੈ, ਉਹਦਾ ਕੋਈ ਖਾਸ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ ਲਾਸਟ ਆ ਕੇ। ਉਹ ਫਿਰ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਵਾਲੀ ਲਾਈਨ ਵਿੱਚ ਹੈ। ਭਾਵ ਬਹੁਤ ਨੀਵੀਂ ਲਾਈਨ ਹੈ ਉਹ ਵਾਲੀ। ਜੇ ਚੰਗੀ ਲਾਈਨ ਵਿੱਚ ਆਪਣਾ ਨਾਂ ਲਿਖਾਣਾ ਚਾਹੁੰਦੇ ਹੋ ਤੇ ਫਿਰ ਨਾਨਕ ਗੁਣ ਕਰੇ ਗੁਣਵੰਤੀਆਂ ਗੁਣ ਦੇ ਵਾਲੀ ਲਾਈਨ ਚ ਨਾ ਲਿਖਾਓ। ਫਿਰ ਉਸ ਲਾਈਨ ਚ ਲਿਖਾਓ ਕਿ ਜਿੱਥੇ ਆਈਨ ਕੀ ਚੰਗਾ ਨਾਮ ਰਖਾਏ ਕੇ ਜਸ ਕੀਰਤ ਲਜੇ ਤੇ ਨਜ਼ਰ ਨਾ ਆਵੇ ਤੇ ਬਾਤ ਨਾ ਪੁੱਛੇ ਕੇ ਵਾਲੀ ਲਾਈਨ, ਉਹ ਧਿਆਨ ਰਵੇ ਇਸਦਾ। ਤੇ ਇਹ ਇੱਥੇ ਇੱਕ ਐਕਚੁਅਲੀ ਪੌੜੀ ਨੰਬਰ 7 ਤੇ ਇੱਕ ਬਹੁਤ ਵੱਡਾ ਇੱਕ ਵਿਸ਼ਰਾਮ ਹੈ। ਹੁਣ ਥਾਟ ਪ੍ਰੋਸੈਸ ਬਦਲਦਾ ਹੈ ਅਗਲੀਆਂ ਪੌੜੀਆਂ ਵਿੱਚ। ਹੁਣ ਇੱਥੇ ਤੱਕ ਗੱਲ ਆਈ ਹੈ ਨਾਮ ਦੀ, ਇੱਥੇ ਤੱਕ ਗੱਲ ਆਈ ਹੈ ਪਹੁੰਚਣ ਦੀ, ਇੱਥੇ ਤੱਕ ਗੱਲ ਆਈ ਹੈ ਹਉਮੈ ਦੀ, ਇੱਥੇ ਤੱਕ ਗੱਲ ਆਈ ਹੈ ਹੁਕਮ ਰਜਾਈ ਚੱਲਣ ਦੀ। ਹੁਣ ਅੱਗੇ ਗੱਲ ਕਰਨਗੇ ਅਗਲੀਆਂ ਪੌੜੀਆਂ ਵਿੱਚ ਜਿਹੜੀਆਂ ਥਾਟ ਪ੍ਰੋਸੈਸ ਚੱਲੇਗਾ, ਉਹ ਚੱਲੇਗਾ ਕਿ ਜੇ ਕੋਈ ਸੁਣ ਲਵੇ ਗੱਲ, ਜੇ ਗੁਰੂ ਦੀ ਗੱਲ ਕੋਈ ਸੁਣ ਕੇ ਆਪਣੇ ਜੀਵਨ 'ਚ ਹਾਸਲ ਕਰਕੇ ਚੱਲਣਾ ਸ਼ੁਰੂ ਕਰ ਦੇਵੇ ਤੇ ਫਿਰ ਉਸ ਬੰਦੇ ਦੀਆਂ ਜੋ ਹਾਲਤਾਂ ਹੁੰਦੀਆਂ ਜਾਂ ਉਹਨੂੰ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਜਿਹੜੀਆਂ ਉਹ ਅਣਗਿਣਤ ਹਨ। ਦੁੱਖ पाप का नाश ते है ही है, सुनिया दुख पाप का नाश ते है ही है, पर सुनिया दुख पाप के नाश दे नाल उदी आत्मिक तौर ते उदी इखलाकी तौर ते फिलोसॉफिकल तौर ते जिहड़ी तरक्की जिहड़ी हुंदी है उन्हां अगलियां पौड़ियां विच उदी डेफिनेशन आएगी। महाराज प्रेरदे हैं इस पासे ते प्रेरदे हैं कि तुसी चंगा नाम जरूर रखाओ, अपना नाम वड्डा करो, दुनिया दे सामने तुहाडी वाह होवे। इस गल तो माड़ी गल नहीं है। माड़ी गल यह है कि जेड़ा उदी पात्र तो भीना होके माड़ा करेगा उदी वैल्यू बहुती नहीं है। एक गुरमत अनुसार जो मैनू सोझी आई है, जो मैं भाई साहब पढ़ के हो रहा तो पढ़ के जो सोझी आई है, कहीं थोड़े डिफरेंट व्यू पॉइंट भी हैं किधरे पर ओवरऑल जेड़ा क्रक्स है, जेड़ा ओवरऑल जिहड़ी थॉट प्रोसेस है इस पौड़ी दा वो सिमिलर है जो मैं तुहानू समझाने की कोशिश की है। हाँ जी, so I'll stop for a second and see if anybody has any questions or comments or anything like that. So एक मैं लाइन भाई साहब दी पढ़ के सुना दियां, जे I'll wait for another 10 seconds and see if anybody has any other comments. So भाई साहब लिखदे हैं उन्हां बारे ਜਿਹੜੇ ਸਿਰਫ ਆਪਣੇ ਕਰਮਾਂ ਤੇ ਆਧਾਰਿਤ ਰਹੇ, ਜਿਹੜੇ ਸਮਝਦੇ ਕਿ ਮੈਂ ਹੀ ਕਰ ਸਕਦਾ ਸਾਰਾ ਕੁਝ, ਮੈਂ ਪੜ੍ਹਾਈ ਲਿਖਾਈ ਕਰਕੇ ਮੈਂ ਆਪਣਾ ਨਾਮ ਉੱਚਾ ਕਰਕੇ ਜੀ ਸਕਦਾ, ਮੈਨੂੰ ਲੋੜ ਨਹੀਂ ਨਾ ਉਹਨਾਂ ਦੀ। ਉੱਥੇ ਭਾਈ ਸਾਹਿਬ ਲਿਖਦੇ ਨੇ ਬੜਾ ਸੋਹਣਾ ਜਿਹਾ 2 ਸੈਂਟੈਂਸ ਹਨ ਇੱਥੇ, this is under quotation, ਮੈਂ ਪੜ੍ਹ ਕੇ ਸੁਣਾ ਰਿਹਾ ਤੁਹਾਨੂੰ। ਲਿਖਦੇ ਨੇ ਕਿ ਜੇ ਉਹਨਾਂ ਕਰਮਾਂ ਤੇ ਸਾਧਨਾ ਦੀ ਥਾਵੇਂ, ਭਾਵ ਜੇ ਸਿਰਫ ਆਪਣੀ ਪੜ੍ਹਾਈ ਤੇ ਫੋਕਸ ਨਾ ਕਰਦਾ, ਆਪਣੀ ਉਚਾਈ ਤੇ ਫੋਕਸ ਨਾ ਕਰਦਾ, अपना नाम उच्चा करने ते फोकस ना करदा, उदी नजर लैन ते भी थोड़ा फोकस कर लेंदा ते हालत होर होंदी उदी। जे उन्हां कर्मां ते साधना दी थावें मतलब उदी जगह ते या उदे नाल प्रेमा भगती विच आउंदा, नाम जपदा, वाहिगुरू नाल प्रीति पाउंदा, वाहिगुरू प्रेमा नाल परमात्मा नाल प्यार करदा, तां उस नूं वाहिगुरू जी दा प्रसाद मिलदा, वाहिगुरू जी दी कृपा दृष्टि दा पात्र मिल जांदा। उस कर्म दग्ध हो जाते, मोख द्वार अपड़दा, कर्म खत्म हो जाते होते, क्योंकि फिर एक बंदा जो सरेंडर कर लेंदा फिर तुहाडे अपने कर्म नहीं रहंदे, तुसी अपनी जिंदगी उदी खुशी ते जिंदगी उसी खुशी दे हिसाब दे नाल अपनी जिंदगी नूं बतीत करदे हो। ते सच्चार होके सच्चार वाहिगुरू नूं मिल जांदा तां हुण गेड़ाव ना मिलदा, यथा जो जपे तिसकी गत होए। इत्थे एग्जांपल दित्ती है सुखमनी दी 9th अष्टपदी विचों, 5वीं अष्टपदी विचों। So भाव ए है, again I'm going to repeat it for the 10th time though, कि महाराज ने इत्थे वर्जिया नहीं है किसी नूं उच्चा ना कमाउण वास्ते, इसे किसी नूं वर्जिया नहीं है पढ़ाई लिखाई तो वर्जिया, इत्थे किसी नूं वर्जिया नहीं है गुणवंत बनन वास्ते,
ਇੱਥੇ ਕਿਸੇ ਨੂੰ ਵਰਜਿਆ ਨਹੀਂ ਹੈ ਕਿ ਉਹਦੇ ਨਾਲ ਕੋਈ ਚੱਲੇ ਨਾ। ਵਰਜਿਆ ਇੱਥੇ ਹੈ ਕਿ ਜਿਹੜਾ ਇਤਨਾ ਕੁਝ ਕਮਾਈ ਕਰਕੇ ਲੇਕਿਨ ਨਾਮ ਦੀ ਕਮਾਈ ਨਹੀਂ ਕੀਤੀ, ਜਾਂ ਉਹਦੇ ਪ੍ਰੇਮਾ ਭਗਤੀ ਦੀ ਕਮਾਈ ਨਹੀਂ ਕੀਤੀ, ਜਾਂ ਉਸਦੇ ਉਹਦਾ ਕਿਰਪਾ ਦਾ ਪਾਤਰ ਨਹੀਂ ਬਣ ਪਾਇਆ, ਤੇ ਉਹਦੀ ਵੈਲਿਊ ਬਹੁਤੀ ਨਹੀਂ ਹੈ। ਫਿਰ ਉਹਦੀ ਵੈਲਿਊ ਬਹੁਤ ਘੱਟ, ਬੜੇ ਘੱਟ ਮਿਆਦ ਵਾਸਤੇ ਵੈਲਿਊ ਹੈ। ਕਈ 10 ਸਾਲ ਨਾ ਕਮਾਉਂਦੇ ਨੇ ਐਕਟਰ ਐਕਟਰੈਸਸ, 15 ਸਾਲ 20 ਸਾਲ, ਉਸ ਤੋਂ ਬਾਅਦ ਕੋਈ ਪੁੱਛਦਾ ਹੀ ਨਹੀਂ, ਪਤਾ ਹੀ ਨਹੀਂ ਸੀ ਕੋਈ ਹੋਇਆ ਸੀ ਫਿਲਮਾਂ ਚ। ਕਈ ਵਿਚਾਰੇ ਤੇ ਹਸਪੀਟਲ ਬੈੱਡ ਤੇ ਮਰ ਜਾਂਦੇ ਨੇ, ਪੈਸੇ ਨਹੀਂ ਹੁੰਦੇ ਉਹਨਾਂ ਕੋਲ। ਕਈ ਰਾਜੇ ਹੁੰਦੇ ਹਨ, ਬੜੇ ਵੱਡੇ ਵੱਡੇ ਨਾਮ ਕਮਾਉਂਦੇ ਹਨ, ਤੇ ਜਦੋਂ ਰਾਜੇ ਨਹੀਂ ਬਣ ਪਾਉਂਦੇ ਥੱਲੇ ਆ ਜਾਂਦੇ ਨੇ, ਕੋਈ ਗੱਲ ਨਹੀਂ ਪੁੱਛਦਾ ਉਹਨਾਂ ਦੀ। ਕੋਈ ਕਿਤਨੇ ਵੱਡੇ ਵੱਡੇ ਪ੍ਰੈਜ਼ੀਡੈਂਟ ਹੋਏ, ਜਦੋਂ ਪ੍ਰੈਜ਼ੀਡੈਂਟ ਨਹੀਂ ਰਹਿੰਦੇ ਤਾਂ ਉਹਨਾਂ ਦੀ ਗੱਲ ਨਹੀਂ ਪੁੱਛਦਾ ਕੋਈ, ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ। ਉਹਨਾਂ ਮਹਾਰਾਜ ਕਹਿੰਦੇ ਹਨ ਸ਼ਾਰਟ ਟਾਈਮ ਚੀਜ਼ਾਂ ਤੇ ਫੋਕਸ ਨਾ ਕਰਕੇ, ਲੌਂਗ ਟਰਮ ਜ਼ਿੰਦਗੀ ਦੇ ਉੱਤੇ ਫੋਕਸ ਕਰਕੇ ਨਾਮ ਦੀ ਕਮਾਈ ਕਮਾਏ ਤੇ ਪ੍ਰਮਾਤਮਾ ਦੀ ਖੁਸ਼ੀ ਹਾਲਤ, ਖੁਸ਼ੀ ਪ੍ਰਾਪਤ ਕਰੇ ਉਸਦੀ। ਤੇ ਜੇ ਕਰੇਗਾ ਤੇ ਫਿਰ ਨਿਰਗੁਣ ਗੁਣ, ਸਾਰੇ ਗੁਣਵੰਤੀਆਂ ਦੇ ਗੁਣ ਤੇ ਨਿਰਗੁਣ ਨੂੰ ਗੁਣ ਦੇ ਵਾਲੀ ਬਖਸ਼ਿਸ਼ ਉਸ ਨੂੰ ਹੋਏਗੀ। ਇਹ ਇਸ ਥੋੜੀ ਦਾ ਸਾਰ ਹੈ ਜੀ। ਹਾਂਜੀ, ਆਈ ਹੋਪ ਕਲੈਰਿਟੀ ਹੋ ਗਈ ਹੋਵੇ ਥਾਟ ਪ੍ਰੋਸੈਸ ਦੀ। ਤੇ ਹੁਣ ਅਗਲੀ ਵਾਰੀ ਕੱਲ ਜਦੋਂ ਪਾਠ ਕਰੋ ਜਪਜੀ ਦੀ, ਤੇ ਰੁਕ ਜਾਣਾ ਇੱਥੇ 2 ਮਿੰਟ ਵਾਸਤੇ, ਸਟਾਪ ਹੇਅਰ ਐਂਡ ਪੌਂਡਰ ਇੱਥੇ ਕੀ ਹੋ ਰਿਹਾ ਇੱਥੇ। ਪੌਂਡਰ ਇਸ ਵਾਸਤੇ ਹੈ ਕਿ ਮੈਂ ਕਰ ਰਿਹਾ ਕਿ ਨਹੀਂ ਕਰ ਰਿਹਾ ਕੰਮ, ਸਾਧਨ ਪੱਖ ਲੈਣਾ ਹੈ ਉਹਦਾ, ਕਿ ਮੈਂ ਸਿਰਫ ਬੋਲਦਾ ਤੇ ਨਹੀਂ ਪਿਆ ਜਪਜੀ ਦੀਆਂ ਪੌੜੀਆਂ, ਕਿ ਮੈਂ ਉਹਨਾਂ ਚੀਜ਼ਾਂ ਪੌੜੀਆਂ ਤੇ ਫੋਕਸ ਵੀ ਕਰਦਾ, ਉਹਨਾਂ ਪੌੜੀਆਂ ਚੱਲਣ ਤੇ ਮੈਂ ਉਹਨਾਂ ਪੌੜੀਆਂ ਤੇ ਕੋਈ ਫੋਕਸ ਵੀ ਕੀਤਾ ਉਹਨਾਂ ਤੇ, ਜਾਂ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਖਾਲੀ ਪੜ੍ਹਦਾ ਹੀ ਪਿਆ ਮੈਂ ਖਾਲੀ। ਤੇ ਸਿਰਫ ਜੇ ਪੜ੍ਹਾਈ ਹੋ ਰਹੀ ਹੈ ਖਾਲੀ, ਤੇ ਫਿਰ ਇਨਫ ਨਹੀਂ। ਆਪਣੇ ਆਪ ਨੂੰ ਪ੍ਰੇਰਿਤ ਕਰੋ, ਆਪਣੇ ਆਪ ਨੂੰ ਸਮਝਾਓ, ਅਰਦਾਸ ਕਰੋ ਕਿ ਹੇ ਮੇਰੇ ਦਾਤਾ, ਇਹਨਾਂ ਪੌੜੀਆਂ ਤੇ ਮੈਨੂੰ ਚੱਲਣ ਦੀ ਸਮਰੱਥਾ ਬਖਸ਼ੋ, ਮੈਨੂੰ ਮੇਰੇ ਅੰਦਰ ਬਲ ਪ੍ਰਦਾਨ ਕਰੋ ਕਿ ਮੈਂ ਤੁਹਾਡੀ ਜੋ ਤੁਸੀਂ ਲਿਖਿਆ ਹੈ ਉਹਨਾਂ ਤੇ ਪੂਰਾ ਉਤਰਾਂਗੇ। ਸੋ ਇਹ ਅਰਦਾਸ ਕਰਨੀ ਤੁਹਾਡਾ ਫਰਜ਼ ਹੈ, ਔਰ ਆਪਣੇ ਆਪ ਨੂੰ ਸਮਝਾਉਣਾ ਤੁਹਾਡਾ ਫਰਜ਼ ਹੈ ਜੀ। I'm still going to wait. If not, then we're going to end the class in a few minutes. ਸੁਰਿੰਦਰ ਜੀ, ਗੁਰੂ ਨਾਨਕ ਸਾਹਿਬ ਦਾ ਵੀ ਨਾ ਸ਼ਲੋਕ ਹੈਗਾ ਜਿਹੜਾ ਗੁਰੂ ਅਰਜਨ ਦੇਵ ਜੀ ਦਾ, is pretty similar on what you just ended the class at. ਨਾਨਕ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ, ਸਭ ਕੁਝ ਕਰਦੇ ਆ, ਮਤਲਬ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ, ਸਭ ਕੁਝ ਕਰਦੇ ਹੋਏ ਮੁਕਤ ਹੋਣਾ ਹੈ। ਰਾਈਟੀਅਸ ਲਿਵਿੰਗ is most important. ਗੁਰਬਾਣੀ ਦੇ ਅੰਦਰ ਜੁੜ ਕੇ ਰਹਿਣਾ ਹੈ ਬਸ। ਲਿਵਿੰਗ ਗੁਰਬਾਣੀ is the most important thing, ਹੋਰ ਕੁਝ ਨਹੀਂ ਹੈ। ਇਹ ਗੱਲ ਬੜੀ ਬਾਰ ਗੁਰੂ ਸਾਹਿਬ ਨੇ ਦੱਸੀ ਹੈ, in different forms and different writers, ਗੁਰੂ ਨਾਨਕ ਸਾਹਿਬ ਤੋਂ ਲੈ ਕੇ onwards, most important ਚੀਜ਼ਾਂ ਤੇ ਇਹ ਹੈਗੀ। ਐਕਚੁਅਲੀ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਤੇ ਜਪਜੀ ਸਾਹਿਬ ਹੈ। That is what it is. Thank you ji for sharing that. I appreciate that, Kamal ji. Bilkul theek. So anybody else wants to say something or comments or anything like that, or question? Hale bhi koi ਇਹੋ ਜੀ ਕੋਈ ਧੁੰਦਲਾਪਨ ਹੋਵੇ ਨਾ ਪੌੜੀਆਂ ਦਾ ਤੇ ਹਾਂਜੀ ਵੀਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਵੀਰ ਜੀ, I have a question. ਹਾਂਜੀ, ਚੰਗਾ ਨਾਮ ਵਾਸਤੇ ਵੀ ਤੇ ਉਹਦੀ ਮਿਹਰ ਦੀ ਲੋੜ ਹੈ ਨਾ। ਚੰਗਾ ਨਾਮ ਰਖਾਏ ਕੇ, ਪਰ ਚੰਗਾ ਨਾਮ ਜੇ ਅਗਰ ਉਹਦੀ ਮਿਹਰ ਨਾ ਹੋਵੇ ਤੇ ਉਹ ਵੀ ਨਹੀਂ ਹੁੰਦਾ। ਨਹੀਂ, ਉਹਦੀ ਮਿਹਰ ਤੇ ਹਰ ਜਗ੍ਹਾ ਚਾਹੀਦੀ ਹੈ ਵੀਰ ਜੀ। ਮਿਹਰ ਦੇ ਰਸਤੇ ਦੋ ਹੈ। ਇੱਕ ਚੰਗਾ ਨਾਮ ਹੁੰਦਾ ਹੈ, ਚੰਗਾ ਨਾਮ ਭਗਤੀ ਵਾਲੇ ਪਾਸੇ ਲਿਖਾਉਣ ਦਾ। ਇੱਕ ਚੰਗਾ ਨਾਮ ਹੁੰਦਾ ਹੈ ਆਪਣੀ ਵਡਿਆਈ ਜਾਂ ਆਪਣੀ ਨਾਨ ਸਪਿਰਿਚੁਅਲ ਫੀਲਡ ਵਿੱਚ ਚੰਗਾ ਨਾਮ ਰਖਾਉਣਾ। ਮਿਹਰ ਤੇ ਦੋਨਾਂ ਵਿੱਚ ਚਾਹੀਦੀ ਹੈ। ਆਈ ਐਗਰੀ ਵਿਦ ਯੂ, ਬਟ ਇੱਥੇ ਇਸ਼ੂ ਹੈ ਕਿ ਜੇ ਉਸਨੇ ਚੰਗਾ ਨਾਮ ਰਖਾਉਣ ਵਾਸਤੇ ਨਾਨ ਸਪਿਰਿਚੁਅਲ ਪਾਥ ਦੇ ਉੱਤੇ ਚੰਗਾ ਨਾਮ ਰਖਾਇਆ ਤੇ ਉਹਦੀ ਵੈਲਿਊ ਬਹੁਤੀ ਨਹੀਂ ਹੈ। ਇਹ ਕ੍ਰਕਸ ਹੈ ਮੈਟਰ ਦਾ। ਮੈਟਰ ਦਾ ਕ੍ਰਕਸ ਉਹ ਨਹੀਂ ਹੈ ਕਿ ਉਹਦੇ ਉੱਤੇ ਮਿਹਰ ਹੈ ਸੀ ਕਿ ਨਹੀਂ ਸੀ। ਮਿਹਰ ਤਾਂ ਜ਼ਰੂਰ ਹੋਣੀ ਹੈ, ਯੂ ਆਰ ਰਾਈਟ, ਚੰਗਾ ਉਹਦੇ ਵਾਸਤੇ ਵੀ, ਪਰ ਜੇ ਨਾਨ ਸਪਿਰਿਚੁਅਲ ਉਸਦੀ ਨਜ਼ਰ ਤੋਂ ਬਿਨਾਂ, ਭਾਵ ਪ੍ਰੇਮਾ ਭਗਤੀ ਤੋਂ ਬਿਨਾਂ ਜਿਹੜਾ ਨਾਮ ਕਮਾਇਆ ਨਾ, ਜਿਹੜਾ ਉਹਦੀ ਵੈਲਿਊ ਨਹੀਂ ਹੈ ਬਹੁਤੀ। ਇਹ ਹੈ ਕ੍ਰਕਸ ਮੈਟਰ ਦਾ। ਸੋ ਅਗਰ ਤੁਸੀਂ ਨਾ ਕਮਾ ਲਿੱਤਾ, ਵੱਡੇ ਤੋਂ ਵੱਡੇ ਗੁਣੀ ਬਣ ਗਏ, ਤੁਸੀਂ ਵੱਡੇ ਤੋਂ ਵੱਡੀਆਂ ਚੀਜ਼ਾਂ ਅਚੀਵ ਕਰ ਲਿੱਤੀਆਂ, ਜਪਜੀ ਸਾਹਿਬ ਦੀ ਬਾਣੀ ਦੇ ਤੁਕਾਂ ਦੇ ਹਿਸਾਬ ਦੇ ਨਾਲ, ਜੇ ਉਸ ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ, ਜਾਂ ਪ੍ਰੇਮਾ ਭਗਤੀ ਵਾਲਾ ਗੁਣ ਨਹੀਂ ਆਇਆ, ਜਾਂ ਸੇਵਾ ਵਾਲਾ ਗੁਣ ਨਹੀਂ ਆਇਆ, ਦੂਸਰਿਆਂ ਦੇ ਦੁੱਖ ਦੂਰ ਨਹੀਂ ਕੀਤੇ ਤੁਸੀਂ, ਜਾਂ ਉਸ ਪਾਸੇ ਲੱਗੇ ਨਹੀਂ, ਤੇ ਫਿਰ
ਐਟਲੀਸਟ ਗੁਰਮਤਿ ਸਾਹਿਬ ਦੇ ਨਾਲ ਉਹਦੀ ਵੈਲਿਊ ਬਹੁਤੀ ਨਹੀਂ ਪਾਈ ਗਈ। ਬਟ ਯੂ ਆਰ ਰਾਈਟ, ਉਸ ਪਾਸੇ ਚੱਲਣ ਵਿੱਚ ਕਰਾਉਣ ਵਾਲਾ ਤਾਂ ਉਹ ਆਪ ਹੈ ਨਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਪਰ ਉਹ ਇੱਥੇ ਮੈਸੇਜ ਉਹ ਨਹੀਂ ਹੈ। ਮੈਸੇਜ ਇਹ ਹੈ ਕਿ ਜੇ ਉਹਦੀ ਕਿਰਪਾ ਦੇ ਨਾਲ ਲੈਸੇ ਤੁਹਾਨੂੰ ਨਾਨ ਸਪਿਰਿਚੁਅਲਿਟੀ ਦੇ ਰਸਤੇ ਵਿੱਚ ਵੱਡੇ ਤੋਂ ਵੱਡਾ ਨਾਂ ਤੁਸੀਂ ਕਮਾ ਵੀ ਲਿੱਤਾ, ਤੇ ਉਸ ਕਮਾਈ ਦੇ ਨਾਲ ਹੁਣੇ ਕਮਲਵੀਰ ਜੀ ਨੇ ਵੀ ਕੋਟ ਕੀਤਾ ਨਾ 52 ਅੱਖਰੀ ਵਾਲਾ ਸ਼ਲੋਕ, ਤਾਂ ਉਹਦੇ ਵਿੱਚ ਤੇ ਸਾਰੀਆਂ ਗੱਲਾਂ ਆ ਗਈਆਂ ਨਾ ਵੀਰ ਜੀ। ਕਿਹੜੀਆਂ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ ਉਹਦੇ ਚ? ਪੜ੍ਹਾਈ ਵਾਲੀ ਵੀ ਗੱਲ ਆ ਗਈ, ਮੁੱਖ ਗਿਆਨੀ ਵਾਲੀ ਗੱਲ ਆ ਗਈ, ਧਨਵੰਤ ਵਾਲੀ ਵੀ ਗੱਲ ਆ ਗਈ, ਸਾਰੀਆਂ ਗੱਲਾਂ ਆ ਗਈਆਂ। ਪਰ ਇਹ ਗੱਲਾਂ ਵੀ ਜਿਹੜੀਆਂ ਆਈਆਂ ਰਾਈਟ ਉਹਦੀ ਕਿਰਪਾ ਨਾਲ ਹੀ ਆਈਆਂ। ਉਹ ਨਾ ਚਾਹੁੰਦਾ ਸੀ ਉਹ ਵੀ ਨਾ ਮਿਲਦੀਆਂ ਨਾ, ਉਹ ਵੀ ਮਿਲੀਆਂ ਨਾ, ਲੇਕਿਨ ਮਿਲਣ ਤੋਂ ਬਾਵਜੂਦ ਵੀ ਉਹਦੀ ਕੋਈ ਇੱਜ਼ਤ ਨਹੀਂ। I hope I made myself clear. ਇਹ ਮਿਲਣ ਤੋਂ ਬਾਵਜੂਦ ਵੀ ਉਹਦੀ ਕੋਈ ਖਾਸੀ ਬਹੁਤੀ ਇੱਜ਼ਤ ਮਾਤਰ ਨਹੀਂ ਹੈ। ਉਹਦੀ ਕੋਈ ਬਹੁਤ ਵੈਲਿਊ ਨਹੀਂ ਪੈਣੀ ਉਸ ਚੀਜ਼ ਦੀ। ਵੈਲਿਊ ਤਾਂ ਪਏਗੀ ਜਦੋਂ ਉਸ ਕ੍ਰੀਏਟਰ ਨਾਲ ਰਿਸ਼ਤਾ ਤੁਹਾਡਾ ਜੁੜੇਗਾ। ਜਦੋਂ ਬਸ ਤੇ ਹੁਣ ਇਹ ਪ੍ਰੋਬਲਮ ਵੀ ਜੀ ਇਹ ਹੈ ਕਿ ਕਿਸ ਤਰ੍ਹਾਂ ਬੰਦਾ ਕਨਵਿੰਸ ਕਰੇ ਕਿਸੇ ਨੂੰ। ਪਾਣੀ ਤੇ ਬੜੀ ਜਗ੍ਹਾ ਲਿਖੀ ਹੋਈ ਹੈ, ਮੈਂ ਬੋਲ ਬੋਲ ਕੇ ਥੱਕ ਜਾਂਦਾ। ਮੈਂ ਆਪਣੇ ਕਿਸ ਤਰ੍ਹਾਂ ਬੰਦਾ ਕਨਵਿੰਸ ਕਰੇ, ਕੀ ਕਵੇ ਬੰਦਾ ਕਿ ਦੇਖੋ ਕਿਸੇ ਨੂੰ ਵੈਸੇ ਕਿਸੇ ਨੂੰ ਕਨਵਿੰਸ, ਦੇਖੋ ਕਿਸੇ ਨੂੰ ਕਨਵਿੰਸ ਕਰਨਾ ਹੋਵੇ ਵੀ ਜੀ ਕਿ ਸੈਟ ਦੇ ਸਕੋਰ ਬੜੇ ਅੱਛੇ ਆਣੇ ਚਾਹੀਦੇ ਨੇ, ਤੈਨੂੰ ਕਾਲਜ ਐਡਮਿਸ਼ਨ ਨਹੀਂ ਮਿਲੇਗੀ, ਉਹਨੂੰ ਕਹਿਣ ਦੀ ਲੋੜ ਨਹੀਂ। ਦੁਬਾਰਾ ਉਹਨੂੰ ਡਾਲਰ ਸਾਈਨ ਨਜ਼ਰ ਆਉਂਦੇ ਨੇ ਸਾਹਮਣੇ ਕਿ 4 ਸਾਲ ਬਾਅਦ ਗ੍ਰੈਜੂਏਟ ਹੋਵਾਂਗਾ, ਜੌਬ ਅੱਛੀ ਮਿਲੇਗੀ, ਪੈਸੇ ਅੱਛੇ ਕਮਾਵਾਂਗਾ ਤੇ ਆਪਣੀ ਜੀਵਨ ਦੀ ਪ੍ਰਤਪਾਲਨਾ ਠੀਕ ਤਰ੍ਹਾਂ ਕਰ ਸਕਾਂਗਾ। ਜੇ ਸੈਟ ਦਾ ਸਕੋਰ ਅੱਛਾ ਨਾ ਆਇਆ ਤੇ ਮਾੜੀ ਗੱਲ ਹੋਏਗੀ ਬੜੀ, ਕਾਲਜ ਐਡਮਿਸ਼ਨ ਨਹੀਂ ਮਿਲਣੀ ਮੈਨੂੰ। ਜੇ ਐਡਮਿਸ਼ਨ ਨਾ ਮਿਲੀ ਤੇ ਪੈਸੇ ਕਿੱਥੋਂ ਕਮਾਵਾਂਗਾ, ਤੇ ਜੇ ਪੈਸੇ ਨਹੀਂ ਕਮਾਏ ਤੇ ਬੜੀ ਦਿੱਕਤ ਆਏਗੀ ਬੜੀ ਅੱਗੇ ਜਾ ਕੇ। ਤੇ ਜੇ ਮੈਂ ਕਹਾਂ ਤੈਨੂੰ ਤੇਰੇ ਕੋਲ ਕਰੋੜਾਂ ਡਾਲਰ ਪੇ ਹੋਏ ਹਨ ਇੱਥੇ ਅਲੱਗ, ਤੂੰ ਸੈਟ ਦਾ ਸਕੋਰ ਜਿੰਨਾ ਮਰਜ਼ੀ ਆਏ ਡਜ਼ਨਟ ਰੀਲੀ ਮੈਟਰ, ਤੈਨੂੰ ਜੌਬ ਦੀ ਲੋੜ ਵੀ ਨਹੀਂ ਹੈ, ਤੇਰੇ ਕੋਲ ਪੈਸੇ ਬੜੇ ਪਏ ਨੇ ਇੱਥੇ, ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਤਾਂ ਉਹ ਫਿਰ ਬੰਦਾ ਸ਼ਾਇਦ ਨਾ ਹੀ ਕਰੇ ਮਿਹਨਤ ਇੰਨੀ, ਹੈ ਨਾ। ਉਹ ਬੰਦਾ ਕਹੇਗਾ ਕਿ ਮੈਨੂੰ ਕੀ ਲੋੜ ਹੈ ਕਰਨ ਦੀ, ਜਾਂ ਡਾਕਟਰ ਬਣਨਾ ਹੋਵੇ ਜਾਂ ਇੰਜੀਨੀਅਰ ਵਟਐਵਰ ਕੁਝ ਬਣਨਾ ਹੋਵੇ ਤੇ ਬੜੀ ਮਿਹਨਤ, ਐਮਕੈਟ ਪਾਸ ਕਰੋ, ਫਲਾਣ ਟਿੰਗਾਣ, ਸੀਪੀਏ ਐਗਜ਼ਾਮ, ਬਾਹਰ ਦਾ ਐਗਜ਼ਾਮ, ਇਹ ਕਰਦੇ ਕਿਉਂ ਲੋਕ ਕਰਦੇ ਨੇ? ਕੋਈ ਇਸ ਵਾਸਤੇ ਨਹੀਂ ਲੱਗਦੇ ਕੋਈ ਕਰਨ ਨਾਲ ਕੋਈ ਪ੍ਰਮਾਤਮਾ ਦੀ ਪ੍ਰਾਪਤੀ, ਇਸ ਵਾਸਤੇ ਕਰਦੇ ਕਿ ਨਾ ਕੀਤੀ ਅਗਰ ਤੇ ਬੜੀ ਮੁਸ਼ਕਿਲ ਹੋਏਗੀ ਯਾਰ ਪੈਸੇ ਕਮਾਉਂਦੇ ਆ, ਮੈਂ ਕੀ ਕਰਾਂਗਾ ਫਿਰ? ਲੋਕ ਕੀ ਕਹਿਣਗੇ ਕਿ ਅਨਪੜ੍ਹ ਗੰਵਾ ਰਹੇ ਨੇ, ਪੈਸੇ ਕੀ ਕਮਾਵਾਂਗਾ ਮੈਂ ਫਿਰ? ਉਸੀ ਤਰ੍ਹਾਂ ਪਰ ਇਹ ਹੈ ਕਿ ਹੁਣ ਮੈਂ ਇਸੀ ਵਿਊ ਪੁਆਇੰਟ ਨੂੰ ਤੁਸੀਂ ਅਗਰ ਸਪਿਰਿਚੁਅਲ ਵਿਊ ਪੁਆਇੰਟ ਤੋਂ ਲਵੋਗੇ ਤੇ ਕਿੰਜ ਬੰਦਾ ਕਨਵਿੰਸ ਕਰੇ ਕਿਸੇ ਨੂੰ ਕਿ ਜੇ ਨਹੀਂ ਕਰੋਗੇ, ਜੇ ਤੂੰ ਸੈਟ ਦੇ ਸਕੋਰ ਅੱਛੇ ਆ ਵੀ ਗਏ ਤੇ ਦੁਨੀਆ ਦਾ ਬੈਸਟ ਡਾਕਟਰ ਬਣ ਵੀ ਗਏ, ਜਾਂ ਦੁਨੀਆ ਦਾ ਬੈਸਟ ਲਾਇਰ ਬਣ ਵੀ ਗਏ, ਜਾਂ ਦੁਨੀਆ ਦਾ ਬੈਸਟ ਪ੍ਰੈਜ਼ੀਡੈਂਟ ਜਾਂ ਦੁਨੀਆ ਦਾ ਬੈਸਟ ਬਿਜ਼ਨਸਮੈਨ ਬਣ ਵੀ ਗਏ, ਤੇ ਇੱਕ ਦਿਨ ਤੇ ਚਲੇ ਜਾਓਗੇ ਤਾਂ ਜਾਣ ਦੇ ਟਾਈਮ ਤੋਂ ਖੱਟ ਕੇ ਕੀ ਜਾਓਗੇ ਇੱਥੋਂ? ਤਾਂ ਉਹ ਕਿੰਜ ਬੰਦਾ ਕਨਵਿੰਸ ਕਰਾਏ ਬੱਚਿਆਂ ਨੂੰ? ਉਹ ਯੰਗ ਬੱਚਿਆਂ ਨੂੰ ਕਿੰਜ ਐਜੂਕੇਸ਼ਨ ਦੇਵੇ? ਉਹ ਗੁਰਬਾਣੀ ਦੇ ਸਕਦੀ ਹੈ ਖਾਲੀ। ਉਹ ਬਾਣੀ ਪੜ੍ਹਨ ਵਾਲਾ, ਬਾਰ-ਬਾਰ ਪਾਠ ਕਰਨ ਵਾਲਾ, ਬਾਰ-ਬਾਰ ਗੁਰੂ ਦੀ ਗੱਲ ਨੂੰ ਨੇੜੇ ਲੈ ਕੇ ਆਉਣ ਵਾਲਾ, ਜਾਂ ਉਹਨਾਂ ਨਾਲ ਸੰਗਤ ਕਰੇ ਜਿਹੜੇ ਕਨਵਿੰਸ ਹੋ ਗਏ ਹਨ ਇਸ ਗੱਲ ਤੋਂ ਵਿੱਚ, ਜਿਹੜੇ ਕਨਵਿੰਸ ਹੋ ਗਏ ਨਾ ਬਿਲਕੁਲ, ਜਿਨ੍ਹਾਂ ਦੇ ਅੰਦਰ ਬਿਲਕੁਲ ਕਨਵਿਕਸ਼ਨ ਹੈ ਅੰਦਰ, ਉਹਨਾਂ ਨਾਲ ਬੈਠੇ ਜੁਗੇਗਾ ਤੇ ਤੁਹਾਡੇ ਅੰਦਰ ਉਹ ਗੁਣ ਆਉਣੀ ਸ਼ੁਰੂ ਹੋ ਜਾਏ। ਨਹੀਂ ਤੇ ਵੀਰ ਜੀ ਬਹੁਤ ਔਖਾ ਹੈ, ਬਹੁਤ ਔਖੀ ਗੱਲ ਹੈ। ਪੌੜੀ ਤੇ ਛੋਟੀ ਹੈ ਬੜੀ, 4-5 ਲਾਈਨਾਂ ਦੀ, ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੇ ਕਲਮ ਵਿੱਚ, ਕਿਉਂਕਿ ਇਹ ਧੁਰੂ ਲਿਖੀ ਬਾਣੀ ਹੈ, ਜੈਸੀ में आवे खसम की बाणी है तैसा करे, है ना। तो ਇਹ ਕਿਉਂਕਿ ਧੁਰੋਂ ਆਈ ਹੈ ਇਸ ਵਾਸਤੇ ਕਾਵਿ ਸ਼ੈਲੀ ਦੇਖ ਲਓ ਤੁਸੀਂ ਕਿ ਇਹਨਾਂ 7-6 ਕਿੰਨੀਆਂ ਛੋਟੀਆਂ ਹੀ ਲਾਈਨਾਂ ਬੜੀਆਂ, ਕੋਈ ਵੱਡੀਆਂ ਸੈਂਟੈਂਸਸ ਨਹੀਂ ਹਨ ਬੜੇ, ਪਰ ਕਿਤਨੀ ਵੱਡੀ ਗੱਲ ਮਹਾਰਾਜ ਕਹਿ ਗਏ ਇੱਥੇ, ਕਿਤਨੀ ਵੱਡੀ ਗੱਲ। ਔਰ ਫਿਰ ਦੇਖੋ ਕਿਹੜੇ ਆਪਟਿਮਿਜ਼ਮ ਦੇ ਨੋਟ ਤੇ ਸ਼ੁਰੂ ਖਤਮ ਕੀਤਾ ਨੇ, ਐਂਡ ਵਿੱਚ ਆ ਕੇ ਉੱਥੇ ਛੋੜ ਨਹੀਂ ਦਿੱਤਾ ਨੇ ਕਿ तेरी कुछ हो नहीं सकता, तेन नजर नहीं हुई, तू दफा हो जाए, तू जला जाए, तो तेरा कोई काम नहीं है। नहीं, उत्थे नहीं एंड कीता ने, क्योंकि क्योंकि संत जिहड़े हैं, जिहड़े गुरुजन, इन्हां दे अंदर भाई साहब भाई वीर संगे जिन्ने भी हैं संत महात्मा गुरुजन जिहड़े हैं, उन्हां दे अंदर प्यार तो सिवाए कुछ भी नहीं है। वो दूसरा दा हथ पकड़ना चाहते हैं, दूसरा नूं उत्थे पहुंचाना चाहते हैं जिथे कुछ, ताई एंडिंग देख लो, एंडिंग होई है नानक। So I hope you guys all noticed that. Nirdev ji, ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? Please go ahead and share your thoughts. Just remind me of one
one line ਜਿਹੜੀ ਗੁਰੂ ਨਾਨਕ ਜੀ ਦਾ ਪਹਿਲਾ ਸ਼ਲੋਕ ਆਸਾ ਦੀ ਵਾਰ ਦੇ ਵਿੱਚ ਪਹਿਲੀ ਪਾਰਟੀ ਦੇ ਵਿੱਚ ਜਿਹੜਾ ਸ਼ਲੋਕ ਹੈ ਜਿਹੜਾ ਫਲੀਆ ਫੁਲੀਆ ਬੱਪੜੇ ਪੀਤਨ ਵਿੱਚ ਸਵਾਰ ਹਲਦੇ ਉਹ ਵੀ ਨੇ it's not that you cannot become a big businessman or a great lawyer or doctor or whoever but under ਤੇ ਨਹੀਂ ਵਸਿਆ ਤੇ then ਪੀਤਨ ਵਿੱਚ ਸਵਾਰ ਵਾਲੀ ਗੱਲ ਹੈ so thank you Vijay, that was a very appropriate quotation ਉਸ ਤੋਂ ਪਹਿਲੀ ਲਾਈਨਾਂ ਵੀ ਸੁਣਾ ਦਿਓ ਕਿ ਉਸ ਤੋਂ ਬਾਅਦ ਵਾਲੇ ਕਿ ਨਾਨਕ ਉਹ ਵੀ ਸ਼ੇਅਰ ਕਰ ਲਓ ਸਾਰਾ you know ਜੇ ਸ਼ੇਅਰ but I want to say one other thing ਕਿ ਜਿਸ ਤਰ੍ਹਾਂ ਵੀ ਜੀ ਨੇ ਕਿਹਾ ਨਾ ਵੀ ਜਿਹੜਾ ਮਿਹਰ ਚਾਹੀਦੀ ਹੈ ਚੰਗਾ ਕੰਮ ਕਰ ਚੰਗਾ ਨਾਮ ਬਣਾਉਣ ਵਾਸਤੇ ਮਿਹਰ ਚਾਹੀਦੀ ਹੈ ਪਰ ਮਿਹਰ ਤੇ ਚਾਹੀਦੀ ਹੈ ਪਰ ਜਿਹਨੂੰ ਰੀਅਲਾਈਜ਼ ਨਹੀਂ ਨਾ ਹੋਇਆ you have they don't realize ਕਿ ਇਹ ਵੀ ਪਰਮਾਤਮਾ ਦੀ ਮਿਹਰ ਹੋ ਰਹੀ ਹੈ it's the realization that is missing so ਜਦੋਂ ਸ਼ਬਦ ਸੁਣਦੇ ਹੋ ਗੁਰਬਾਣੀ ਸੁਣਦੇ ਹੋ that's when you realize ਕਿ ਸਭ ਕੁਝ ਹੋ ਉਸੇ ਦੀ ਮਿਹਰ ਨਾਲ ਰਿਹਾ ਪਰ ਹੋ ਤੇ ਰਿਹਾ ਸਭ ਕੁਝ ਹੋ ਰਿਹਾ ਜੋ ਵੀ ਹੈ ਚੰਗਾ ਨਾਮ ਬਣ ਰਿਹਾ ਪਰ you know ਅੰਦਰ ਫਿਰ ਵੀ ਅੰਦਰੋਂ ਸੜਿਆ ਹੋਇਆ ਬੰਦਾ ਠੀਕ ਸੋ ਸ਼ਬਦ ਜਿਹੜਾ ਹੈ ਉਹ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਸਿਓ ਸੁਵੇਂ ਅੰਦਰ ਖੇਤ ਬੁਆੜ ਜਿਉਂ ਛੁੱਟੇ ਅੰਦਰ ਸੁਵੇਂ ਅੰਦਰ ਖੇਤ ਤੇ ਖੇਤੇ ਅੰਦਰ ਛੁੱਟੀਆਂ ਖੇਤੇ ਅੰਦਰ ਛੁੱਟੀਆਂ ਕੋ ਨਾਨਕ ਸੋ ਨਾ ਇਹ ਤੇ ਫਿਰ ਹੈ ਇਹ ਫਿਰ ਜਿਨ੍ਹਾਂ ਦਾ ਖਸਮ ਨਹੀਂ ਕੋਈ ਜਿਨ੍ਹਾਂ ਦਾ ਮਾਲਕ ਨਹੀਂ ਹੈ ਨਾ ਕੋਈ ਉਹ ਫਿਰ ਉਹਨਾਂ ਦੇ ਫਿਰ 100 ਮਾਲਕ ਹਨ ਉਹਨਾਂ ਦੇ ਭਾਵ ਕੋਈ ਮਾਲਕ ਨਹੀਂ ਕੋਈ ਮਾਲਕ ਉਹ ਫਿਰ ਦਰ ਦੀ ਭਟਕਣਾ ਹੈ ਖਾਲੀ ਹੋਰ ਕੁਝ ਨਹੀਂ ਫਿਰ ਦਰਦ ਆ ਗਿਆ ਉਹਦੇ ਵਾਸਤੇ ਤੇ ਇਹ ਨਹੀਂ ਹੈ ਐਸ ਵੀਰ ਜੀ ਇਹ ਨਹੀਂ ਹੈ ਕਿ ਉਹ ਫਲਦੇ ਫੁੱਲਦੇ ਨਹੀਂ ਹਨ ਐਸ ਵੀਰ ਜੀ ਪੁਆਇੰਟਡ ਆਊਟ ਕਰੈਕਟਲੀ ਸ਼ਕਲ ਤੋਂ ਤੇ ਬੜੇ ਜ਼ਬਰਦਸਤ ਲੱਗਦੇ ਨੇ ਵੀ ਦੇਖਣ ਨੂੰ ਤੇ ਲੱਗੇਗਾ ਵਾ ਇਹਨਾਂ ਵਰਗਾ ਖੁਸ਼ੀ ਨਹੀਂ ਕੋਈ ਖੁਸ਼ਹਾਲ ਬੰਦਾ ਨਹੀਂ ਹੈ ਪਰ ਹੋਣਾ ਨਹੀਂ ਹੁੰਦਾ ਅੰਦਰੋਂ ਸਵਾ ਹੈ ਸਾਰਾ ਕੁਝ so and Vijay thank you for sharing that a very appropriate you know asa di war de wala nale ek gal ho chete re ki as Vijay pointed out ki jede ਇਸ ਲੈਵਲ ਤੇ ਪਹੁੰਚ ਵੀ ਜਾਂਦੇ ਹਨ ਜਿਹੜੇ ਜੋ ਇੱਕ ਸੈਕਿੰਡ ਵਾਸਤੇ ਵੀ ਸਮਝ ਲੈਣ ਕਿ ਇਹ ਮੇਰੇ ਤੇ ਨਜ਼ਰ ਹੋਈ ਹੈ ਜਾਂ ਮੇਰੇ ਤੇ ਕਿਰਪਾ ਹੋ ਰਹੀ ਹੈ ਤਾਂ ਮੈਂ ਇੰਨੀ ਪੜ੍ਹਾਈ ਕੀਤੀ ਹੈ ਫਿਰ ਤੇ ਉਹ ਰਸਤੇ ਤੇ ਆ ਜਾਣਗੇ ਆਪਣੇ ਆਪ ਆ ਕੇ ਇਹ ਤੇ ਉਹੀ ਹਨ ਜਿਹੜੇ ਸਮਝਦੇ ਨਹੀਂ ਹਨ ਕਿ ਮੇਰੇ ਤੇ ਨਜ਼ਰ ਹੋਈ ਹੈ ਜਾਂ ਮੇਰੇ ਤੇ ਨਜ਼ਰ ਹੋ ਰਹੀ ਹੈ ਸੋ ਆਈ ਹੋਪ ਇਸ ਪੌੜੀ ਨੂੰ ਨੈਕਸਟ ਟਾਈਮ when you just ਪਾਠ ਕਰੋ ਥੋੜਾ ਸਲੋ ਕਰ ਲੋ ਜਾਂ maybe 2 ਪਾਠ ਕਰੋ ਜਪਜੀ ਸਾਹਿਬ ਦੇ ਇੱਕ ਪੂਰੀ ਜਪਜੀ ਸਾਹਿਬ ਦਾ ਪਾਠ ਤੇ ਇੱਕ ਸਿਰਫ ਇੱਕ ਪੌੜੀ ਰੋਜ਼ ਪੜੋ ਖਾਲੀ you know maybe that might be the way to go you know so that statement that you just made is statement worth pondering ki jinna da ਉਹ ਮਾਲਕ ਨਹੀਂ ਹੈਗਾ ਉਹਨਾਂ ਦੇ 100 ਮਾਲਕ ਨੇ 1000 ਮਾਲਕ ਨੇ ਉਹਨਾਂ ਦੀ ਆਪਣੀ ਇਮੋਸ਼ਨਸ ਉਹਨਾਂ ਨੂੰ ਕੀ ਮਿਲਿਆ ਨਹੀਂ ਮਿਲਿਆ ਸਭ ਮਾਲਕ ਬਣ ਜਾਂਦੇ ਨੇ and then that directs their life to such a horrible space you know yeah it's horrible because ਫਿਰ ਤੁਸੀਂ ਬੰਦਾ ਡਿਪੈਂਡੈਂਸ ਹੈ ਨਾ ਬਹੁਤ ਜਗ੍ਹਾ ਤੇ ਫਿਰ ਬਿਲਕੁਲ ਫਿਰ ਉਹ ਹਰ ਖੁਸ਼ੀ ਲੈਣ ਵਾਸਤੇ ਉਹ ਕਿਸੇ ਤੇ ਡਿਪੈਂਡੈਂਟ ਆਪਣੀ ਵਾਈਫ ਤੇ ਆਪਣੇ ਹਸਬੈਂਡ ਤੇ ਆਪਣੇ ਬਾਸ ਤੇ ਹੈ ਆਪਣੇ ਕਲਾਇੰਟਸ ਤੇ ਹੈ ਕਿਸੇ ਹੋਰ ਦੀ ਉਹ ਵੇਟ ਕਰਦਾ ਕਿ ਜੇ ਇਹਨਾਂ ਤੋਂ ਖੁਸ਼ੀ ਮਿਲਣੀ ਹੈ ਮੈਨੂੰ ਮੇਰੇ ਬੱਚਿਆਂ ਤੋਂ ਖੁਸ਼ੀ ਮੈਨੂੰ ਮਿਲੇਗੀ ਮੇਰੇ ਪੈਸੇ ਤੋਂ ਮਿਲੇਗੀ ਮੇਰੇ ਘਰ ਤੋਂ ਮਿਲੇਗੀ ਮੇਰੀ ਵਾਈਫ ਤੋਂ ਮਿਲੇਗੀ ਮੇਰੇ ਹਸਬੈਂਡ ਤੋਂ ਮਿਲੇਗੀ ਮੇਰੇ ਭਰਾਵਾਂ ਤੋਂ ਮਿਲੇਗੀ ਜਾਂ ਇਸ ਤੋਂ ਮਿਲੇਗੀ ਲੇਕਿਨ ਮੂਰਖ ਸਮਝ ਨਹੀਂ ਪਾਉਂਦਾ ਵੀ ਅਸਲੀ ਖੁਸ਼ੀ ਦਾ ਸੋਰਸ ਕਿਹੜਾ ਹੈ you know ਉਹ ਫਿਰ ਭਟਕਣਾ ਨਾ ਬੜੀ ਭਟਕਣਾ ਬੜੀ ਮਾਰੇ ਵਰਜਦੇ ਹਨ ਇਸ ਗੱਲ It's such a powerful statement because it just puts everything in perspective ki ਸਾਰੀ ਭਟਕਣਾ ਖਤਮ ਹੋ ਸਕਦੀ ਹੈ ਔਰ ਜੇ ਕਨਵਿੰਸ ਤੁਸੀਂ ਹੋ ਜਾਓ ਤਾਂ ਨਿਸ਼ਾ ਦੀਦੀ ਪ੍ਰੋਬਲਮ ਇਹ ਹੈ ਕਿ ਵੱਡੇ ਆਏ ਹਨ ਗ੍ਰੰਥ ਕਿੰਨੇ ਕੁਰਾਨ ਲਿਖੀ ਗਈ ਬਾਈਬਲ ਲਿਖੀ ਗਈ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਹੈ ਚੀਕ ਕੇ ਸਾਰੇ ਕਹਿੰਦੇ ਨੇ ਇਹ ਗੱਲਾਂ ਬਾਰ ਇਹ ਗੱਲਾਂ ਕਿ ਲਿਖੀਆਂ ਜਾਂਦੀਆਂ ਪਰ ਮਨ ਮੰਨੇ ਤਾਂ ਨਾ ਮਨ ਮੰਨਦਾ ਨਹੀਂ ਔਰ ਮੇਰਾ ਹਿਸਾਬ ਦੇ ਨਾਲ ਮਨ ਕਿਉਂ ਨਹੀਂ ਮੰਨਦਾ ਕਿਉਂਕਿ ਸਾਡੇ ਵਿੱਚ ਸਤਸੰਗ ਨਹੀਂ ਹੈ ਸੱਚੇ ਬੰਦਿਆਂ ਦਾ ਸਾਡੇ ਜੀਵਨ ਵਿੱਚ ਉਹਨਾਂ ਬੰਦਿਆਂ ਦਾ ਸੰਗ ਨਹੀਂ ਹੈ
ਜਿਨ੍ਹਾਂ ਦਾ ਸੰਗ ਕਰਨ ਨਾਲ ਪ੍ਰਮਾਤਮਾ ਨੇੜੇ ਆਉਂਦਾ ਜਿਨ੍ਹਾਂ ਦੇ। ਜਦੋਂ ਸੰਗ ਬਦਲੇਗਾ, ਜਦੋਂ ਤੁਹਾਡੀਆਂ ਪਾਰਟੀ ਵਿੱਚ, ਜਦੋਂ ਤੁਸੀਂ ਉਹਨਾਂ ਪਾਰਟੀਆਂ ਵਿੱਚ ਜਾਣੇ ਸ਼ੁਰੂ ਹੋ ਜਾਓਗੇ ਜਿੱਥੇ ਜਾ ਕੇ ਲੋਕ ਤੁਹਾਨੂੰ ਪ੍ਰੇਰਿਤ ਕਰਨਗੇ ਪ੍ਰਮਾਤਮਾ ਦੇ ਰਸਤੇ ਚੱਲਣ ਵਾਸਤੇ, ਜਿਹੜੇ ਫਰੈਂਡ ਤੁਹਾਨੂੰ ਬਣਾਓਗੇ, ਆਪਣੇ ਫਰੈਂਡ ਨੂੰ ਝਾਤੀ ਮਾਰ ਕੇ ਦੇਖ ਲਓ ਕਿਤਨੇ ਇਹੋ ਜਿਹੇ ਫਰੈਂਡ ਹਨ ਤੁਹਾਡੇ, ਜਿੱਥੇ ਜਾਣ ਨਾਲ ਜਦੋਂ ਵਾਪਸ ਆਓ ਘਰ ਉਹਨਾਂ ਨੂੰ ਮਿਲ ਕੇ ਤੁਹਾਨੂੰ ਮਨ ਕਰੇ ਜਪਜੀ ਦੀ ਰੋਸ਼ਨੀ ਵਿੱਚ ਜੀਣ ਦਾ, ਤੁਹਾਨੂੰ ਮਨ ਕਰੇ ਸੁਖਮਨੀ ਪੜਨ ਦਾ। ਤੇ ਜੇ ਉਹ ਜੇ ਫਰੈਂਡ ਨਹੀਂ ਹਨ ਤੁਹਾਡੇ, ਜੇ ਉਹ ਜੇ ਇਨਕਰੇਜ ਕਰਨ ਵਾਲੇ ਤੁਹਾਡੀ ਸਾਥੀ ਨਹੀਂ ਹਨ ਤੁਹਾਡੇ, ਚਾਹੇ ਉਹ ਸਾਥੀ ਰੀਅਲ ਹਿਊਮਨ ਬੀਇੰਗਸ ਹੋਣ, ਚਾਹੇ ਕਿਤਾਬਾਂ ਤੋਂ ਮਿਲੇ, ਜਿੱਥੋਂ ਮਰਜ਼ੀ ਮਿਲੇ, ਡਜ਼ਨਟ ਮੈਟਰ, ਪਰ ਜੇ ਰੀਅਲ ਹਿਊਮਨ ਬੀਇੰਗ ਹੋਣ ਤੇ ਫਿਰ ਤੇ ਵਾਵਾ ਹੈ, ਫਿਰ ਉਹਦੇ ਵਰਗਾ ਤੇ ਕੋਈ ਮੁਕਾਬਲਾ ਨਹੀਂ ਕੋਈ, ਨਹੀਂ ਤੇ ਫਿਰ ਬਾਣੀ ਹੈ ਹੀ ਤੁਹਾਡੇ ਕੋਲ। ਲੇਕਿਨ ਬਾਣੀ ਅਗਰ ਪੜ੍ਹੇ ਤੇ ਸਾਥ ਉਹਨਾਂ ਦਾ ਕਰੇ, ਸੰਗ ਉਹਨਾਂ ਦਾ ਕਰੇ, ਬਾਰ-ਬਾਰ ਐਡਵਾਈਸ ਉਹਨਾਂ ਤੋਂ ਲਵੇ ਜਿਹੜੇ ਆਪ ਨਾਮ ਵੀ ਹੋਣੇ ਹਨ। ਇਟ ਡਜ਼ਨਟ ਮੈਟਰ ਜਿੰਨੀ ਮਰਜ਼ੀ ਉੱਚੀ ਪੋਜੀਸ਼ਨ ਤੇ ਪਹੁੰਚੇ ਹੋ, ਇਟ ਡਜ਼ਨਟ ਮੈਟਰ ਕੋਈ ਸਿੱਖ ਆਰਗੇਨਾਈਜੇਸ਼ਨ ਦਾ ਵੀ ਹੈਡ ਹੋਵੇ, ਪਰ ਜੇ ਨਾਮ ਤੇ ਵੀ ਹੋਣਾ ਹੈ, ਅਗਰ ਸਪਿਰਿਚੁਅਲਿਜ਼ਮ ਤੋਂ ਅਲੱਗ ਹੈ ਤੇ ਉਹ ਕੀਟਾ ਅੰਦਰ ਕੀਟ ਹੈ, ਫਿਰ ਉਹਦਾ ਦਰ ਕੁਝ ਵੀ ਨਹੀਂ ਹੋਗਾ। ਤਾਂ ਜਿਹੜਾ ਮਰਜ਼ੀ ਨਾਮ ਵੱਡੇ ਦੇ ਦਿਓ ਉਸਨੂੰ, ਇਟ ਡਜ਼ਨਟ ਮੈਟਰ ਟੂ। ਜ਼ਿੰਦਗੀ ਬਦਲੇਗੀ ਤਾਂ ਜਦੋਂ ਆਸ-ਪਾਸ ਆਲੇ ਦੁਆਲੇ ਜਿਹੜਾ ਤੁਹਾਡਾ ਮਾਹੌਲ ਹੈ ਜਿਹੜਾ ਉਹ ਬਦਲੇਗਾ। ਆਲੇ ਦੁਆਲੇ ਮਾਹੌਲ ਤਾਂ ਬਦਲੇਗਾ ਜਦੋਂ ਉਹਨਾਂ ਦਾ ਸੰਗ ਪ੍ਰਾਪਤ ਹੋਏਗਾ ਜਿਨ੍ਹਾਂ ਦੇ ਸੰਗ ਕਰਦਿਆਂ ਗੁਰੂ ਨਾਨਕ ਯਾਦ ਆਏ। ਤੇ ਜਦੋਂ ਉਹਨਾਂ ਦਾ ਸੰਗ ਮਿਲੇਗਾ ਤੇ ਲਾਈਫ ਬਦਲੇਗੀ। ਫਿਰ ਰੋਕ ਨਹੀਂ ਸਕਦੇ ਫਿਰ ਤੁਸੀਂ ਉਸਨੂੰ, ਫਿਰ ਕਨਵਿੰਸ ਹੋਣਾ ਵੀ ਈਜ਼ੀ ਹੋ ਜਾਂਦਾ ਹੈ ਬੜਾ, ਸੋ ਪਰ ਇਹ ਸਤਸੰਗ ਵਾਲੇ, ਸਤਸੰਗ ਹੀ ਬਿਨ ਭਾਗਾ ਸਤਸੰਗ ਨਾ ਲੱਭੇ, ਨਹੀਂ ਮਿਲਦਾ ਵਾਕਈ। ਜੇ ਤੁਹਾਡੇ ਮੱਥੇ ਤੇ ਭਾਗ ਨਾ ਹੋਣ ਤੇ ਬਹੁਤਾਂ ਨੂੰ ਉਹ ਜਿਹਾ ਬੰਦਿਆਂ ਦਾ ਸੰਗ ਨਹੀਂ ਮਿਲ ਪਾਉਂਦਾ। ਬਹੁਤੇ ਬੰਦਿਆਂ ਦਾ ਸੰਗ ਉਹ ਜਿਹਾ ਹੁੰਦਾ ਹੈ ਜਿਹੜੇ ਦੁਨਿਆਵੀ ਲੋਕ ਹੁੰਦੇ ਹੈ, ਉੱਠਦਿਆਂ ਬੈਠਦਿਆਂ ਦੁਨਿਆਵੀ ਗੱਲਾਂ ਕਰਨਗੇ, ਨਿੰਦਿਆ ਚੱਲੇਗੀ, ਚੁਗਲੀ ਚੱਲੇਗੀ, ਬਿਜ਼ਨਸ ਦੀ ਗੱਲ ਚੱਲੇਗੀ, ਪੋਲਿਟਿਕਸ ਦੀ ਗੱਲ ਚੱਲੇਗੀ। ਤੇ ਜਦੋਂ ਫਿਰ ਉਹ ਜੇ ਫਿਰ ਸੰਗ ਜਿਹੜਾ ਹੈ, ਫਿਰ ਤਾਂ ਹੀ ਫਿਰ ਜਪਜੀ ਦੀਆਂ ਇਹਨਾਂ ਪੌੜੀਆਂ ਦਾ ਅਸਰ ਘੱਟ ਪੈਂਦਾ ਉਹਨਾਂ ਤੇ। ਸੋ ਇਹ ਵੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੁਣ ਕੀ ਕਰਦੇ ਆ ਅਸੀਂ ਲੋਕ ਸਾਰੇ। ਹਾਂਜੀ ਨਾਲੇ ਸੁਰਿੰਦਰ ਜੀ, ਜੋ ਤੁਸੀਂ ਹੁਣੇ ਗੱਲ ਕਹਿ ਰਹੇ ਸੀ ਨਾ ਕਿ ਸੰਗ ਜ਼ਰੂਰੀ ਹੈ, ਕੰਪਨੀ ਬੜੀ ਜ਼ਰੂਰੀ ਹੈ, ਜਿਸ ਕੰਪਨੀ ਤੁਸੀਂ ਬੈਠਦੇ ਉੱਠਦੇ ਹੋ ਉਹਦਾ ਅਸਰ ਹੁੰਦਾ ਹੈ, ਰਾਈਟ। ਉਹ ਗੱਲਾਂ ਸੁਣ ਕੇ ਤੁਹਾਡਾ ਜੀ ਕਰਦਾ ਹੈ ਟੂ ਲਰਨ ਮੋਰ ਔਰ ਟੂ ਗੈਟ ਡੀਪਰ ਇਨਟੂ ਇਟ, ਰਾਈਟ। ਤੇ ਮੈਂ ਉਹੀ ਗੱਲ ਸੋਚਦੇ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਸ਼ਬਦ ਦੇ ਅੰਦਰ ਲਾਸਟ ਦੀਆਂ 2 ਲਾਈਨਾਂ ਬੜੀ ਕਲੈਰਿਟੀ ਨਾਲ ਕੀਤੀ ਹੈਗੀ ਕਿ ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡ ਭਾਗਾ। ਇਹ ਗੱਲਾਂ ਸੁਣ ਕੇ, ਭਗਤਾਂ ਦੀਆਂ ਗੱਲਾਂ ਸੁਣ ਕੇ ਤੰਨੇ ਨੂੰ ਅਸਰ ਹੋਇਆ, ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵਡ ਭਾਗਾ। ਤੰਨਾ ਵਡ ਭਾਗਾ ਹੋ ਗਿਆ। ਤੇ ਅਗਰ ਤੰਨਾ ਵਡ ਭਾਗਾ ਹੋ ਸਕਦਾ ਤੇ ਅਸੀਂ ਵੀ ਹੋ ਸਕਦੇ ਹਾਂ, ਅਗਰ ਅਸੀਂ ਵੀ ਗੁਰੂ ਦੇ ਨਾਲ ਜੁੜੀਏ, ਰਾਈਟੀਅਸ ਵੇ ਨਾਲ ਆਪਣੀ ਜ਼ਿੰਦਗੀ ਨੂੰ ਬਿਤਾਈਏ। ਬਿਲਕੁਲ, that is the tat of the whole thing. It's 9:35, so I'm going to say goodbye if nobody has any questions though ji. ਕੋਈ ਹੋਵੇ ਤੇ ਆਪਣਾ ਕਰ ਲਓ ਜੀ। ਧੁੰਦਲਾਪਨ ਨਹੀਂ ਰਹਿਣਾ ਚਾਹੀਦਾ ਕਿਧਰੇ ਹਨ ਜੀ। That I don't like that even in my own profession. I don't like kidre bhi koi fogginess hove kidre. I'm not sure what's going on. I'm not sure what the message is. I'm not 100% sure about it, but I think that's not what it should be. It should be bilkul crystal clear, bilkul vision honi chahiye hai 2020 di. Eh gal ho rahi hai the. Hain ji? Hun notebook je padhai hai te ਅੱਜ ਦੁਪਹਿਰੇ ਬੈਠ ਕੇ ਕਿਧਰੇ ਜਿਹੜੇ ਵੱਡੇ ਜਿਹੜੇ ਪੁਆਇੰਟ ਆਏ ਹਨ ਉਹਦੀ ਆਊਟਲਾਈਨ ਇੱਕ ਬਣਾ ਲਵੇ ਹਰ ਪੌੜੀ ਦੀ, ਫਿਰ ਪਿਛਲੀ ਪੌੜੀ ਨੂੰ ਐਗਜ਼ਾਮਿਨ ਕਰੇ ਤੇ ਉਸ ਤੇ ਵੀ ਪੌਂਡਰ ਕਰੇ, ਸੋਚੇ ਉਸ ਬਾਰੇ ਵੀ ਇਹ ਕੀ ਗੱਲ ਕੀਤੀ ਨੇ ਉੱਥੇ ਤੇ ਹੁਣ ਕੀ ਗੱਲ ਕਰਦੇ ਪਏ। ਤੇ ਅਗਲੀਆਂ ਪੌੜੀਆਂ ਵਿੱਚ ਥੋੜਾ ਜਿਹਾ ਡਿਫਰੈਂਟ ਸਬਜੈਕਟ ਮੈਟਰ ਹੈ ਹੁਣ ਜਿਹੜੀ ਚੱਲਣਗੀਆਂ ਜਿਹੜੀਆਂ ਹੁਣ ਉਹਨੂੰ ਇਹ ਅਗਲੀਆਂ ਪੌੜੀਆਂ ਵਿੱਚ ਲਾਈਕ ਇੰਟਾਈਸ ਕਰਦੇ ਹਨ ਪਰਮਾਤਮਾ ਦੇ ਰਸਤੇ ਚੱਲਣ ਵਾਸਤੇ। देख जे करेगा तो की होएगा तेरे नाल, जे करेगा तो दुख पाप का नाश है, जे करेगा तो दीप लो पाताल है, जे करेगा तो कुछ भी तेरे नाल हो सकता। जे कितनी गल्लां लिखियां हुई ने तेरे, जे तू करके देखते ये गल्लां होणगियां तेरे नाल।
हर गुरुजन ने अपने तरफों पूरा जोर लाया है कि किसी भी तरीके नाल मैं कन्विंस कर सका इन्हां नूं कि इस रस्ते ते चलन। जपजी साहब दी सुरिंदर बाणी जी, हाँ जी मीनिंग किन्ने भी पढ़े होन, ਜਦੋਂ ਤੁਸੀਂ ਲੈ ਜਾਂਦੇ ਹੋ ਨਾ, ਤੁਸੀਂ ਡੂੰਘਾ 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 ਬੜਾ ਡੂੰਘਾ ਲੈ ਜਾਂਦੇ ਤੇ मीनिंग ਹੋਰ मीनिंगफुल हो जाता है। थैंक यू। Thank you so much for doing what you are कराने doing. वाला वो आप है ते ये भी मैं पढ़ के ही तुहानू ये मैं पता नहीं पढ़ के ही सुनाया अगे सारा, अपना तो कुछ भी नहीं। आई विश अपना भी कुछ होता, अपना कुछ भी नहीं है। सो बट यू आर राइट, डूंगाई इसदी इन्नी है कि स्पेशली जपजी बाणी दी एक अलग लेवल है इस बाणी दा, क्योंकि इट इज नॉट जस्ट अ कोइंसिडेंस कि जपजी साहब दी बाणी गुरु ग्रंथ साहब महाराज दी बिगनिंग विच है सारा। You know, उन्होंने there is a reason for this to be right in the front, you know. तो front वाले front होंदे ने। कीर्तन दी चौकी जो लगदी है ना, जो कीर्तन सिखदे हैं जदों, ते कीर्तन दी पुरातन कीर्तनीय जदों पहला शब्द जेड़ा गांदे ना, जेड़ा फर्स्ट वाला, क्योंकि संगत बैठी होंदी है उस वेले ते फ्रेश होंदा है सारा कुछ, ते पहला शब्द कहंदे सन वड्डे कीर्तनीय हमेशा कहंदे सन कि ताल वड्डी होवे, ध्रुपद होवे, राग प्रॉपर होवे सारा। दूसरा शब्द बेशक लाइट हो जावे, लेकिन जिहड़ी प्रारंभिक गल है, क्योंकि शुरुआत जदों स्ट्रॉन्ग होवे ना बंदे दी, जदों शुरुआत स्ट्रॉन्ग ते पावरफुल होवे ते बंदे ते गहरा असर छोड़दी है। से जपजी इज द स्टार्टिंग पॉइंट है इस महान ग्रंथ दी, जिहड़ा प्रगट गुरां की देह है। जिहड़े ਅਸੀਂ ਤੇ ਪ੍ਰਗਟ ਗੁਰਾਂ की देह ਮੰਨਦੇ ਹਾਂ इसनूं, यू नो। ਸਾਡੇ ਵਾਸਤੇ ਤੇ बुक नहीं है, ਸਾਡੇ ਵਾਸਤੇ ਤੇ पेजेस ਤੇ इंक नहीं है, यू नो। ਇਹ ਤੇ ਅਸੀਂ ਪ੍ਰਗਟ ਗੁਰਾਂ की देह ਜਿਹੜੇ ਮੰਨਦੇ ਨੇ ਉਹਨਾਂ ਵਾਸਤੇ ਉਹ ਜਾਗਤੀ ਜੋਤ ਹੈ। ਹੁਣ ਵੀ ਜੋਤ ਉਹੀ ਹੈ, ਗੁਰੂ ਅਰਜਨ ਦੇਵ ਮਹਾਰਾਜ ਬੈਠੇ ਨੇ, ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਜੋਤ ਹਾਲੇ ਵੀ ਉਹੀ ਮਿਲ ਜਾਂਦੀ ਹੈ। ਸੋ ਯਾ ਯੂ ਆਰ ਰਾਈਟ ਸੁਮੀਤ ਜੀ, ਪਰ ਜਪਜੀ ਬਾਣੀ ਦਾ ਇੱਕ ਅਲੱਗ ਰੋਹ ਹੈ ਆਪਣਾ, ਯੂ नो। ਸੋ ਇਸ ਬਾਣੀ ਦਾ ਇੱਕ ਆਪਣਾ ਰੋਹ ਹੈ। ਹਾਂਜੀ ਜੀ, just one last comment, please। ਗੁਣਾ ਦੀ ਗੱਲ ਕਰ ਰਹੇ ਸੀ, so it just occurred to me ਕਿ ਪੀਤਨ ਵਿੱਚ ਸਵਾਦ, I just thought ਕਿ another way of looking at it ਕਿ ਸਾਰੇ ਗੁਣ ਉੱਥੋਂ ਆਉਂਦੇ ਨੇ ਕਿ ਜੇ ਤੁਸੀਂ ਉਸ ਦਾ ਨਾਮ ਨਹੀਂ ਜਪਦੇ ਤੇ ਗੁਣ ਨਹੀਂ ਹੈ, ਨਿਰਗੁਣੇ ਹੋ। ਜਿੱਥੇ ਗੁਣ ਨਹੀਂ ਹੈ ਉਹ ਸਵਾਦ ਹੈ, ਗੁਣ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ ਉਹ ਸਵਾਦ। ਸੋ ਜਿਹਦੇ ਕੋਲ ਜਿੰਨੇ ਮਰਜ਼ੀ ਪੈਸੇ ਹੋਣ, ਜਿਸ ਤਰ੍ਹਾਂ ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ ਹੈ, ਯੂ ਨੋ। ਸੋ ਇਟਸ ਜਿੰਨਾ ਮਰਜ਼ੀ ਵੱਡੇ ਬਣ ਜਾਓ, ਜੇ ਤੁਹਾਡੇ ਵਿੱਚ ਦਇਆ ਨਹੀਂ ਹੈ, ਮਿਠਾਸ ਨਹੀਂ ਹੈ, ਤੁਹਾਡੇ ਵਿੱਚ ਧੀਰਜ ਨਹੀਂ ਹੈ, ਤੁਹਾਡੇ ਵਿੱਚ ਪਿਆਰ ਨਹੀਂ ਹੈ, ਤੇ ਸਵਾਦ। That's another way of looking at it. Thank you, Vijay, for sharing that. Yeah. Okay, ji. We'll start with this series of Sunyan di Poniya, and you'll be pretty impressed though ki Maharaj ne kitne different viewpoints naal convince कराने ਦੀ ਸੰਗਤ ਨੂੰ ਕੋਸ਼ਿਸ਼ ਕੀਤੀ, you know, ਕਿ ਕਰੋਗੇ ਤੇ ਇਹ ਹੋਏਗਾ ਤੁਹਾਡੇ ਨਾਲ, ਕਰੋਗੇ ਤੇ ਇਹ ਸੋਝੀਆਂ ਆਣਗੀਆਂ ਤੁਹਾਨੂੰ, ਇਹ ਕਰੋਗੇ ਤੇ ਇਸ ਸੋਝੀ ਦੇ ਪਾਤਰ ਬਣ ਜਾਓਗੇ, you know। ਅਸੀਂ ਕਰੀਏ ਨਾ ਕਰੀਏ, ਉਹਨਾਂ ਨੇ ਤਾਂ ਉਹ ਅਗਲੇ ਤੇ ਪੂਰੀ ਕੋਸ਼ਿਸ਼ ਲਾ ਕੇ ਚਲੇ ਗਏ, you know। So we'll start focusing on that next Sunday too। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ everybody ਜੀ। I'm going to stay here for a minute or so more and see if anybody has any further questions, or otherwise I have to। ਸੁਰਿੰਦਰ ਜੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ, ਤੁਸੀਂ ਉਦੋਂ ਕਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਲਈ ਹੈ ਲਿਖਿਆ, ਹੈ ਨਾ, ਤੇ ਉਹਨੂੰ ਅਸੀਂ ਕਿਸੇ ਲਈ ਵੀ ਪੜ ਸਕਨੇ ਹਾਂ, ਵਾਹਿਗੁਰੂ ਲਈ ਵੀ। ਵਾਹਿਗੁਰੂ ਵੀ ਗੁਰੂ ਹੀ ਹੈ। ਗੁਰੂ ਵਰਡ ਸਿਰਫ ਦੋ ਜਨਿਆਂ ਵਾਸਤੇ ਆਇਆ, ਇੱਕ ਗੁਰੂ ਜਨਾਂ ਵਾਸਤੇ ਆਇਆ, 10 ਗੁਰੂਆਂ ਦੀ ਵਾਸਤੇ ਆਇਆ, ਤੇ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਆਇਆ ਹੈ, ਤੇ ਇੱਕ ਆਇਆ ਹੈ ਗੁਰੂ ਸਤਿਗੁਰੂ ਵਰਡ। ਬੜੀ ਵਾਰੀ ਪਰਮਾਤਮਾ ਵਾਸਤੇ ਵੀ ਵਰਡ ਯੂਜ਼ ਹੋਇਆ ਹੈ, ਪਰਮਾਤਮਾ ਲਈ, ਗਿਆ ਬਹੁਤ ਵਾਰੀ। ਸੋ ਇਟਸ ਓਕੇ ਕਿ ਪਰਮਾਤਮਾ ਨਾਲ ਪਰ ਗੁਰੂ ਵਰਡ ਇਨ ਜਨਰਲ ਜਿਹੜਾ ਗੁਰੂ ਆਇਆ ਵਰਡ, ਉਹ ਆਪਣੇ ਗੁਰੂ ਵਾਸਤੇ, ਸਤਿਗੁਰੂ ਵਾਸਤੇ ਆਇਆ ਹੈ ਵਰਡ। ਤੇ ਪਰ ਬਹੁਤ ਵਾਰੀ ਬਾਣੀ ਵਿੱਚ ਕੰਟੈਕਸਚੁਅਲ ਹੈ ਸਾਰਾ ਕੁਝ, ਤੇ ਉਹ
ਉਹ ਵਰਡ ਬੜੀ ਵਾਰੀ ਪਰਮਾਤਮਾ ਵਾਸਤੇ ਵੀ ਆਇਆ ਹੈ ਵਰਡ ਬੜੀ ਵਾਰੀ, ਬਟ ਜਨਰਲੀ ਵਰਡ ਗੁਰੂ ਜਿੱਥੇ ਵਰਡ ਵਰਤਿਆ ਗਿਆ ਹੈ ਉਹ ਗੁਰੂ ਜਨਾਂ ਵਾਸਤੇ ਆਇਆ ਵਰਡ। ਉਹ ਜਨ ਜਿਹੜੇ ਟੋਟਲੀ ਜਿਹੜੀ ਰਿਅਲਾਈਜ਼ ਸੋਲ ਹੋਣ, ਜਿਹੜੇ ਜਿਹੜੇ ਉਸ ਲੈਵਲ ਤੇ ਪਹੁੰਚੇ ਹੋਣ, ਸੋ ਉਹਨਾਂ ਵਾਸਤੇ ਵਰਡ ਆਇਆ। ਸੋ ਕੰਟੈਕਸਚੁਅਲ ਹੈ ਵਰਡ, ਜਿੱਥੇ ਜਿੱਥੇ ਮੈਨੂੰ ਕੰਟੈਕਸਟ ਦੇ ਹਿਸਾਬ ਦੇ ਨਾਲ ਹੈ ਬਾਣੀ ਵਿੱਚ ਕਿਹੜੇ ਕੰਟੈਕਸਟ ਵਿੱਚ ਵਰਡ ਆਇਆ। I hope that is clear, Ranji. Thank you. No problem. No problem. Okay, ji. Vahe ji Khalsa, Vahe ji ki Fateh ji. Everybody, I'm going to go now, and once I press the end button, then everything. Thank you, Virji. Thank you as Thank you. always. Thank you. Thank you, Virji. Okay, ji. Bye.